आ गया जी आ गया, छा गया जी छा गया, आ गया जी आ गया, छा गया जी छा गया। सब कुछ नवा नवा है, नवी सोच ते नवा समा है। सब कुछ नवा नवा है, नवी सोच ते नवा समा है। थोड़े संग FM ए रंग FM, तुसी सुन रहे हो रंग FM। खुश आमदीद दोस्तों, ਅਸੀਂ ਹਮੇਸ਼ਾ ਦੀ ਤਰ੍ਹਾਂ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ। ਮੈਂ ਜੇਪਾਲ ਔਰ ਯੂਕੇ ਤੋਂ ਸਰਦਾਰ ਚਰਨਜੀਤ ਸਿੰਘ ਜੀ ਗਰੇਵਾਲ ਲੈ ਕੇ ਕੁਝ ਆਰ ਦੀਆਂ ਕੁਝ ਪਾਰ ਦੀਆਂ ਔਰ ਆਓ ਮਿਲੀਏ ਉਹਨਾਂ ਨੂੰ ਔਰ ਤੁਹਾਨੂੰ ਸਾਰਿਆਂ ਨੂੰ। ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਸਾਡੇ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ, ਅੱਜ ਉਹਨਾਂ ਨੂੰ ਥੋੜਾ ਜਿਹਾ ਅਸੀਂ ਇੰਗਲੈਂਡ ਦੀਆਂ ਪੁਰਾਣੀਆਂ ਬਿਲਡਿੰਗਾਂ, ਪੁਰਾਣਾ ਹੈਰੀਟੇਜ ਜਿਸ ਤਰ੍ਹਾਂ ਇਹਨਾਂ ਨੇ ਸਾਂਭ ਕੇ ਰੱਖੀਆਂ ਨੇ, ਉਹ ਥੋੜਾ ਜਿਹਾ ਤੁਹਾਨੂੰ ਦਿਖਾਵਾਂਗੇ। ਕੋਈ ਮੈਂ ਐਡਾ ਵੱਡਾ ਇਨਸਾਨ ਨਹੀਂ ਕਿ ਮੈਨੂੰ ਸਾਰੀਆਂ ਬਿਲਡਿੰਗਾਂ ਦਾ ਵੀ ਪਤਾ ਵਾ, ਪਰ ਥੋੜਾ ਜਿਹਾ ਇੰਟਰਸਟ ਰੱਖਣ ਦੇ ਕਰਕੇ ਥੋੜਾ ਜਿਹਾ ਤੁਹਾਨੂੰ ਅਸੀਂ ਜਿੰਨਾ ਵੀ ਘੰਟੇ ਦੇ ਵਿੱਚ ਇੱਕ ਦਿਖਾ ਸਕਾਂਗੇ, ਤੁਹਾਨੂੰ ਅਸੀਂ ਜਾਣਕਾਰੀ ਉਹਨਾਂ ਦੀ ਦੇਵਾਂਗੇ, ਜ਼ਰੂਰ ਦੇਵਾਂਗੇ। ਹੋਇਆ ਛੋਟੀ ਛੋਟੀ ਚੀਜ਼ ਨੂੰ ਇਹਨਾਂ ਨੇ ਟੂਰਿਜ਼ਮ ਬਣਾ ਕੇ ਰੱਖਿਆ ਹੋਇਆ, ਹੈਰੀਟੇਜ ਬਣਾ ਕੇ ਰੱਖਿਆ ਹੋਇਆ। ਤੁਹਾਨੂੰ ਅਸੀਂ ਵੀਡੀਓ ਦਿਖਾਵਾਂਗੇ। ਮੇਰੇ ਇੱਕ ਛੋਟਾ ਜਿਹਾ ਪਿੰਡ ਆ, ਸ਼ਹਿਰ ਆ ਸਾਡਾ, ਜਿੱਥੇ ਮੈਂ ਰਹਿਣਾ, ਕੈਂਬਰਲੀ। ਉੱਥੇ ਇੱਕ 200 ਸਾਲ ਪੁਰਾਣੀ ਬਿਲਡਿੰਗ ਨੂੰ ਢਾਉਣ ਨਹੀਂ ਦਿੱਤਾ ਹੈਗਾ। ਉਹਦਾ ਨਾਮ ਕੈਂਬਰਿਜ ਹੋਟਲ ਸੀ ਇੱਕ ਟਾਈਮ ਤੇ, ਵਿਕਟੋਰੀਆ ਟਾਈਮ ਤੇ ਉਹ ਜਦੋਂ ਬਣਿਆ। ਤੇ ਉਹ ਇੱਕ ਬਹੁਤ ਤਕੜਾ ਹੋਟਲ ਸੀ, ਜਿਹਦੇ ਵਿੱਚ ਕਿ ਆਰਮੀ ਦੇ ਆਫਿਸਰ ਜਾਂ ਬਾਹਰ ਵੱਡੇ ਵੱਡੇ ਬੰਦੇ ਆ ਕੇ ਰਹਿੰਦੇ ਸੀ। ਫਿਰ ਉਸ ਤੋਂ ਬਾਅਦ ਟਾਈਮ ਚੇਂਜ ਹੁੰਦਾ ਗਿਆ, ਉਹ ਪੱਬ ਕੱਲਾ ਬਣ ਗਿਆ, ਫਿਰ ਨਾਈਟ ਕਲੱਬ ਬਣ ਗਈ। ਤੇ ਹੁਣ ਉਹਦਾ ਕੀ ਹੋਇਆ, ਨਵੀਆਂ ਨਾਈਟ ਕਲੱਬਾਂ ਬਣ ਗਈਆਂ, ਨਵੇਂ ਪੱਬ ਬਣ ਗਏ। ਉਹਦੀ ਡਿਮਾਂਡ ਨਾ ਰਹੀ, ਪਰ ਅੱਜ ਵੀ ਉਸ ਬਿਲਡਿੰਗ ਨੂੰ ਇਹਨਾਂ ਨੇ ਮੂਹਰਿਓਂ ਢਾਉਣ ਨਹੀਂ ਦਿੱਤਾ ਹੈਗਾ। ਉਹ ਤੁਹਾਨੂੰ ਮੈਂ ਦਿਖਾਉਂ, ਤੁਸੀਂ ਤੁਹਾਡੇ ਮੂਹਰੇ ਆਊਗੀ, ਉਹਦੀ ਵੀਡੀਓ ਮੈਂ ਬਣਾ ਕੇ ਭੇਜੀ ਆ। ਇਸ ਤਰ੍ਹਾਂ ਇਹਨਾਂ ਨੇ ਸਾਂਭ ਕੇ ਉਹਨੂੰ ਰੱਖਿਆ। ਤੇ ਪਿੱਛੇ ਉਹਨਾਂ ਨੇ ਦੇ ਦਿੱਤਾ ਵੀ ਤੁਸੀਂ ਇਹਦੇ 'ਚ ਕੁਛ ਵੀ ਬਣਾ ਲਓ, ਫਲੈਟ ਬਣਾ ਲਓ, ਘਰ ਬਣਾ ਲਓ, ਥੱਲੇ ਕੁਛ ਵੀ ਜਿਸ ਤਰ੍ਹਾਂ ਠੀਕ ਆ ਆਰਕੀਟੈਕਚਰ ਨੇ ਬਣਾ ਕੇ ਕੌਂਸਲ ਨੂੰ ਦੇਣਾ ਵਾ, ਉਹ ਪਾਸ ਕਰ ਦੇਣਗੇ। ਪਰ ਜਿਹੜੀ ਫਰੰਟ ਬਿਲਡਿੰਗ ਆ, ਫਰੰਟ ਵੋਲ ਆ, ਉਹਨੂੰ ਦੀਆਂ ਵਿੰਡੋਆਂ ਦਾ ਪੇਂਟ ਵੀ ਨਹੀਂ ਚੇਂਜ ਕਰ ਸਕਦੇ ਹੈਗੇ, ਜਿਸ ਦੇ ਨਾਲ ਕਿ ਉਹਦਾ ਹੈਰੀਟੇਜ ਵੀ ਰਹੂਗਾ, ਉਹਦਾ ਨਾਮ ਵੀ ਰਹੂਗਾ। ਆਉਣ ਵਾਲੀਆਂ ਜਿਹੜੀਆਂ ਸਾਡੀਆਂ ਬੱਚੇ ਹੋਣਗੇ, ਗ੍ਰੈਂਡ ਚਿਲਡਰਨ ਹੋਣਗੇ, ਉਹ ਦੇਖਣਗੇ ਵੀ ਇੱਥੇ ਇੱਕ ਕੈਂਬਰਿਜ ਹੋਟਲ ਹੁੰਦਾ ਸੀ ਅਗਲੇ 200 ਸਾਲ ਤੱਕ। ਮੇਰਾ ਮਤਲਬ ਕਿ ਜੇ 200 ਸਾਲ ਪੁਰਾਣੀ ਬਿਲਡਿੰਗ ਹੁਣ ਤੱਕ ਖੜੀ ਆ, ਤੇ ਪਿੱਛੋਂ ਚੇਂਜ ਕਰ ਦਿੱਤੀ, ਮੂਹਰੇ ਕੰਧ ਖੜੀ ਆ, ਉਹਦਾ ਹੈਰੀਟੇਜ ਖੜਾ ਵਾ, ਤੇ ਅਗਲੇ 200 ਸਾਲ ਤੱਕ ਉਹ ਬਿਲਡਿੰਗ ਫੇਰ ਖੜੇਗੀ। ਜਸਟ ਬਿਲੀਵ। ਤੇ 400 ਸਾਲ ਨੂੰ ਵੀ ਉਹ ਬਿਲਡਿੰਗ ਦਾ ਨਾਂ ਰਹੂਗਾ, ਤੇ ਲੋਕੀ ਇਮੈਜਿਨ ਕਰਿਆ ਕਰਨਗੇ ਕਿ ਇੱਥੇ ਇਸ ਤਰ੍ਹਾਂ ਦੀਆਂ ਬਿਲਡਿੰਗਾਂ ਹੁੰਦੀਆਂ ਸੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਗੱਲ ਕਰੋ ਜੀ। ਲੋ ਦੋਸਤੋ, ਹੁਣ ਆਪਾਂ ਦੇਖਦੇ ਹਾਂ ਉਹ ਵੀਡੀਓਜ਼ ਜਿਨ੍ਹਾਂ ਦਾ ਜ਼ਿਕਰ ਕੀਤਾ ਹੈ ਗਰੇਵਾਲ ਸਾਹਿਬ ਨੇ। ਚਲੋ ਆਓ ਚੱਲੀਏ ਆਪਾਂ ਇੰਗਲੈਂਡ ਦੇ ਉਸ ਸ਼ਹਿਰ ਦੇ ਵਿੱਚ, ਜਿਨ੍ਹਾਂ ਦੇ ਬਾਰੇ ਹੁਣੇ ਆਪਾਂ ਨੂੰ ਗਰੇਵਾਲ ਸਾਹਿਬ ਦੱਸ ਕੇ ਹਟੇ ਨੇ। ਚਲੋ ਜੀ। ਦੋਸਤੋ, ਤੁਹਾਨੂੰ ਮੈਂ ਦਿਖਾ ਰਿਹਾ ਅੱਜ ਇਹ ਕੈਂਬਰਲੀ ਦੀ ਇੱਕ ਹਾਈ ਸਟਰੀਟ ਹੁੰਦੀ ਸੀ 200 ਸਾਲ ਪਹਿਲਾਂ। ਇਹ ਕੈਂਬਰਿਜ ਹੋਟਲ ਹੁੰਦਾ ਸੀ, ਉਹਦੇ ਲਿਖਿਆ ਹੋਇਆ। ਆਪਦੀ ਜਵਾਨੀ ਵੇਲੇ ਇਹ ਬਹੁਤ ਤਗੜਾ ਹੋਟਲ ਹੁੰਦਾ ਸੀ, ਕੈਂਬਰਿਜ ਹੋਟਲ। ਫਿਰ ਟਾਈਮ ਚੇਂਜ ਹੋ ਗਿਆ, ਫਿਰ ਇਹ ਪੱਬ ਕੱਲਾ ਬਣ ਗਿਆ, ਨਾਈਟ ਕਲੱਬ ਬਣ ਗਈ। ਤੇ ਫਿਰ ਕੀ ਹੋਇਆ, ਇਹ ਢਾਉਣ ਤੇ ਆ ਗਿਆ। ਦੇਖੋ ਇਹਨੂੰ ਐ ਪ੍ਰੀਜ਼ਰਵ ਕੀਤਾ ਹੋਇਆ ਰੱਖਦੇ ਨੇ ਇਹਨੂੰ। ਮੂਲੀ ਕੰਧਾਂ ਕਾਉਂਸਲ ਨੇ ਆਖਿਆ ਓਕੇ ਤੁਸੀਂ ਨਵਾਂ ਕੁਛ ਬਣਾਉਣਾ, ਪਰ ਮੂਰਲਾ ਤੁਸੀਂ ਚੇਂਜ ਨਹੀਂ ਕਰ ਸਕਦੇ ਹੈਗੇ। ਮੂਰਲਾ ਨਹੀਂ ਚੇਂਜ ਕਰ ਸਕਦੇ, ਈਵਨ ਕਿ ਉਹ ਜਿੱਥੇ ਸਾਈਨ ਲੱਗਣਾ ਸੀ ਉਹ ਵੀ ਨਹੀਂ ਚੇਂਜ ਕਰ ਸਕਦੇ। ਹਾਂ, ਤੁਸੀਂ ਪਿੱਛੇ ਕੁਛ ਮਰਜ਼ੀ ਬਣਾ ਲਓ। ਉਹਦੇ ਢਾਤਾ ਸਾਰਾ ਪਿੱਛੋਂ, ਉਹਦੇ ਸਟੀਲ ਗਾਰਡਰ ਪਏ ਨੇ, ਗੱਡੀਆਂ ਖੜੀਆਂ। ਉਹ ਵੇਖ ਲਓ ਮੂਰਲੀ ਕੰਧ ਨੂੰ ਇਸ ਤਰ੍ਹਾਂ ਪ੍ਰੀਜ਼ਰਵ ਕਰਕੇ, ਲੋਹੇ ਦੇ ਜੁਗਾੜ ਪਿੱਛੇ ਖੜਾ ਕਰਕੇ, ਉਹਨੂੰ ਸਪੋਰਟ ਕਰਕੇ ਮੂਰਲੀ ਕੰਧਾਂ ਉੱਕਣੀ ਰੱਖੀਆਂ ਹੋਈਆਂ ਨੇ। ਕੱਲ੍ਹ ਨੂੰ ਇਹਦੇ ਪਿਛਲੇ ਪਾਸੇ 2 ਸਟੋਰੀ 3 ਸਟੋਰੀ 4 ਸਟੋਰੀ ਬਿਲਡਿੰਗ ਬਣ ਵੀ ਜਾਊ, ਕੋਈ ਫਰਕ ਨਹੀਂ ਪੈਂਦਾ। ਕਿਉਂ? ਮਾਡਰਨ ਟਾਈਮ ਦੇ ਹਿਸਾਬ ਨਾਲ ਪਿੱਛੋਂ ਬਿਲਡਿੰਗ ਚੇਂਜ ਕਰ ਦੇਣੀ ਹੈ, ਜਿਹੜੀ ਮੂਹਰੇ ਲੁੱਕ ਆ ਇਹਦੀ ਸੇਮ ਹੀ ਰੱਖਣੀ ਆ। ਉਹ ਦੇਖ ਲਓ ਇਸ ਤਰ੍ਹਾਂ ਪ੍ਰੀਜ਼ਰਵ ਹੁੰਦੀਆਂ ਬਿਲਡਿੰਗਾਂ, ਇਸ ਤਰ੍ਹਾਂ ਹਿਸਟਰੀ 'ਚ ਪ੍ਰੀਜ਼ਰਵ ਹੁੰਦੀ ਆ।
ਇਹ ਇੱਕ ਬਿਲਡਿੰਗ ਦੀ ਮੈਂ ਤੁਹਾਨੂੰ ਗੱਲ ਨਹੀਂ ਕਰ ਰਿਹਾ, ਇਸ ਦੇਸ਼ ਦੇ ਵਿੱਚ ਹਜ਼ਾਰਾਂ ਹੀ ਇਸ ਤਰ੍ਹਾਂ ਦੀਆਂ ਬਿਲਡਿੰਗਾਂ ਨੇ। ਆ ਮੈਂ ਤੁਹਾਨੂੰ ਥੋੜ੍ਹੇ ਜਿਹੇ ਫੋਟੋਆਂ ਵੀ ਭੇਜੀਆਂ ਨੇ ਅੱਜ, ਅਤੇ ਇਹ ਤੁਸੀਂ ਦੇਖੋ, ਇਹ ਲੋਕਾਂ ਦਾ ਗਵਰਨਮੈਂਟ ਦੀਆਂ ਪਾਲਿਸੀਆਂ ਨੇ ਵੀ ਪੁਰਾਣੀ ਚੀਜ਼ ਨੂੰ ਪ੍ਰੀਜ਼ਰਵ। ਇਹ ਇੱਕ ਚੀਜ਼ ਤਰ੍ਹਾਂ ਦਾ ਕੈਂਬਰਿਜ ਹੋਟਲ ਕੈਂਬਰਲੀ ਦਾ ਇੱਕ ਆਈਕਨ ਹੁੰਦੀ ਸੀ ਕਿਸੇ ਟਾਈਮ ਦੇ ਉੱਤੇ। ਆਈਕਨ ਦਾ ਮਤਲਬ ਵੀ ਬਹੁਤ ਤਗੜਾ ਹੋਟਲ ਸੀ ਵਿਕਟੋਰੀਆ ਟਾਈਮ ਦੇ ਉੱਤੇ। ਹਾਂ, ਮੂਹਰੇ ਇਹਨੂੰ ਢਾਉਣ ਨਹੀਂ ਦੇਣਾ, ਬਿਲਡਿੰਗ ਮੂਹਰੇ ਉਸ ਤਰ੍ਹਾਂ ਰੱਖਣਾ ਪੈਣਾ ਇਹਨੂੰ। ਦੋਸਤੋ, ਇਹਨਾਂ ਤੁਹਾਨੂੰ ਕਹਿੰਦਾ ਹਾਂ ਧੰਨਵਾਦ ਤੁਹਾਡਾ, ਅਤੇ ਚੰਗੀ ਗਵਰਨਮੈਂਟਾਂ ਲੈ ਕੇ ਆਵੋ। ਤੁਹਾਨੂੰ ਅੱਗੇ ਥੋੜੀ ਜਿਹੀ ਬਿਲਡਿੰਗਾਂ ਦਿਸਦੀਆਂ ਨੇ, ਜਿਹਦੇ 'ਚ ਇੱਕ ਸਟੋਨ ਹੈਂਜ ਬਿਲਡਿੰਗ ਤੁਹਾਨੂੰ ਦਿਸੂਗੀ, ਸਟੋਨ ਖੜੇ ਨੇ। ਇਹ ਬਿਲਡਿੰਗ 200 BC 3000 BC ਦੇ ਟਾਈਮ ਤੇ ਬਣੀ ਹੋਈ ਆ। ਉਹਨੂੰ ਵੀ ਇਹਨਾਂ ਨੇ ਸਾਂਭ ਕੇ ਰੱਖਿਆ ਹੋਇਆ। ਰੋਮਨਸ ਟਾਈਮ ਦਾ ਉੱਥੇ ਤੁਸੀਂ ਡਿਗਿੰਗ ਨਹੀਂ ਕਰ ਸਕਦੇ ਹੈਗੇ ਆਲੇ ਦੁਆਲੇ। ਉੱਥੇ ਤੁਸੀਂ ਉਹਨੂੰ ਜੇ ਡਿਗਿੰਗ ਕਰਨੀ ਆ ਤਾਂ ਲੋਕੀ ਉਹਨੂੰ ਪੁੱਛਦੇ ਨੇ, ਉਹ ਗਵਰਨਮੈਂਟ ਤੋਂ ਇਜਾਜ਼ਤ ਲੈਣੀ ਪੈਂਦੀ ਹੈ। ਟੂਰਿਜ਼ਮ ਬਣਾਇਆ ਹੋਇਆ। ਇਹ ਚੀਜ਼ਾਂ ਨੂੰ ਇੱਕ ਇੰਡਸਟਰੀ ਬਣ ਗਈ ਟੂਰਿਜ਼ਮ ਦੀ। ਲੋਕੀ ਹਜ਼ਾਰਾਂ ਹੀ ਲੋਕੀ ਸਾਲਾਂ ਦੇ ਵਿੱਚ ਸਟੋਨਹੈਂਜ ਜਾਂਦੇ ਨੇ, ਕੈਥੀਡਰਲ ਦੇਖਣ ਜਾਂਦੇ ਨੇ। ਕੈਂਟਰਬਰੀ ਦਾ ਉੱਥੇ ਤੁਹਾਨੂੰ ਫੋਟੋ ਦੀ ਆਊਗੀ। ਸ਼ੇਕਸਪੀਅਰ ਜਿਹੜਾ ਵੱਡਾ ਤਗੜਾ ਰਾਈਟਰ ਹੋਇਆ, ਉਹਦਾ ਟਾਊਨ ਆ ਯੋਰਕ ਦੇ ਵਿੱਚ, ਉਹ ਦੇਖਣ ਜਾਂਦੇ ਨੇ। ਉਹਦੀ ਵੀ ਬਿਲਡਿੰਗ ਉੱਥੇ ਹੋਊਗੀ। ਇਹ ਇੱਕ ਤਰ੍ਹਾਂ ਦਾ ਟੂਰਿਜ਼ਮ ਇੰਡਸਟਰੀ ਇੰਨੀ ਵੱਡੀ ਆ ਸਾਡੀ ਕਿ ਹਜ਼ਾਰਾਂ ਲੋਕਾਂ ਨੂੰ ਉਹਦੇ 'ਚ ਜੋਬਾਂ ਮਿਲੀਆਂ ਹੋਈਆਂ ਨੇ। ਹਜ਼ਾਰਾਂ ਲੋਕਾਂ ਦੇ ਉੱਥੇ ਆਪਣੇ ਘਰ ਰੈਂਟ ਕਰਦੇ ਨੇ, ਜਾਣੀ ਕਿ ਇੰਡਸਟਰੀ ਬਣੀ ਹੋਈ ਆ। ਜੇ ਤੁਸੀਂ 4-5% ਵੀ ਦੇਸ਼ ਦੀ GDP ਤੁਸੀਂ ਉੱਪਰ ਕਰ ਲਵੋ ਟੂਰਿਜ਼ਮ ਦੇ ਉੱਤੇ, ਬਹੁਤ ਵੱਡੀ, ਬਹੁਤ ਤੁਹਾਨੂੰ ਬਾਹਰੋਂ ਪੈਸਾ ਆ ਰਿਹਾ ਇਸ ਚੀਜ਼। ਇਹ ਸਾਡੇ ਦੇਸ਼ ਦੇ ਵਿੱਚ ਇਸ ਦੀ ਲੈਕ ਹੈਗਾ ਵਾ ਟੂਰਿਜ਼ਮ। ਜੇ ਜੈਪੁਰ ਵੱਲ ਜਾਵੋ ਵਾ, ਪੰਜਾਬ ਦੇ ਵਿੱਚ ਕੁਛ ਹੈਗਾ। ਅਸੀਂ ਤਾਂ ਜਿਹੜੀਆਂ ਸਾਡੇ ਪੁਰਾਣੇ ਹਿਸਟੋਰੀਕਲ ਸਾਡੇ ਗੁਰਦੁਆਰੇ ਸੀ, ਉਹ ਸੀ, ਅਸੀਂ ਤਾਂ ਉੱਥੇ ਮਾਰਬਲ ਲਾ ਕੇ ਉੱਥੇ ਪੈਰ ਜਾਲਣੇ ਸ਼ੁਰੂ ਕਰ ਦਿੱਤੇ ਨੇ ਆਪ। ਹਾਂਜੀ ਦੋਸਤੋ, ਜਿਸ ਤਰ੍ਹਾਂ ਕਿ ਆਪਾਂ ਹੁਣ ਦੇਖ ਹੀ ਚੁੱਕੇ ਹਾਂ, ਗਰੇਵਾਲ ਸਾਹਿਬ ਨੇ ਦਿਖਾਇਆ ਆਪਾਂ ਨੂੰ ਕਿ ਕਿੰਨੇ 100 ਸਾਲ ਪੁਰਾਣੀਆਂ ਇਹ ਬਿਲਡਿੰਗਾਂ ਐਜ਼ ਇਟ ਇਜ਼ ਅੱਜ ਵੀ ਖੜੀਆਂ ਨੇ। ਪਰ ਅਫਸੋਸ ਹੈ ਕਿ ਸਾਡੀ ਕੰਟਰੀ ਦੇ ਵਿੱਚ, ਜਿਵੇਂ ਹੁਣੀ ਉਹਨਾਂ ਨੇ ਦੱਸਿਆ ਮਾਰਬਲ ਲਾ ਕੇ, ਸਾਡੀ ਕੰਟਰੀ ਦੇ ਵਿੱਚ ਜਿਹੜੀ ਅਸਲੀ ਸੱਭਿਅਤਾ ਹੈਗੀ ਹੈ ਸਾਡੀ, ਉਸ ਅਸਲੀ ਸੱਭਿਅਤਾ ਨੂੰ ਖਤਮ ਕਰਕੇ ਇੱਕ ਉਹਨੂੰ ਰਾਈਨੋਵੇਟ ਕਰਕੇ ਪੱਥਰ ਲਾ ਕੇ ਉਹਨੂੰ ਆਪਣੇ ਤਰੀਕੇ ਦੇ ਨਾਲ ਆਪਣੇ ਦਿਮਾਗ ਦੇ ਨਾਲ ਉਹਨਾਂ ਨੂੰ ਰੂਪ ਦਿੱਤੇ ਜਾਂਦੇ ਨੇ। ਐਕਚੁਅਲੀ ਜੋ ਅਸਲ ਵਿੱਚ ਹੈ ਉਸ ਨੂੰ ਖਤਮ ਕੀਤਾ ਜਾ ਰਿਹਾ ਹੈ, ਔਰ ਉਹਦਾ ਇੱਕ ਛੋਟਾ ਜਿਹਾ ਨਾਮ ਰੱਖ ਕੇ ਉੱਥੇ ਇੱਕ ਨਕਲ ਪੈਦਾ ਕੀਤੀ ਜਾ ਰਹੀ ਆ। ਜਿਵੇਂ ਕਿ ਅਸੀਂ ਅਗਰ ਫਤਿਹਗੜ੍ਹ ਸਾਹਿਬ ਦਾ ਗੁਰਦੁਆਰਾ ਸਾਹਿਬ ਲੈ ਲਈਏ, ਜਿੱਥੇ ਬੱਚਿਆਂ ਨੂੰ ਨਿਊਆਂ ਦੇ ਵਿੱਚ ਚਿਣਿਆ ਗਿਆ ਸੀਗਾ, ਉਹਨਾਂ ਨੀਹਾਂ ਦੇ ਵਿੱਚ, ਉਹ ਦੀਵਾਰ ਮੈਨੂੰ ਯਾਦ ਹੈ, ਮੈਂ ਬਹੁਤ ਛੋਟੀ ਜਿਹੀ ਸੀ ਤਾਂ ਉਦੋਂ ਤੱਕ ਉਹ ਛੋਟੀ ਇੱਟ ਦੀ ਦੀਵਾਰ ਖੜੀ ਸੀਗੀ। ਲੇਕਿਨ ਅੱਜ ਅਗਰ ਅਸੀਂ ਦੇਖੀਏ ਤਾਂ ਉਸ ਦੀਵਾਰ ਨੂੰ ਖਤਮ ਕਰਕੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਿੱਤਾ ਗਿਆ। ਦੋਸਤੋ, ਇਹ ਜਿਹੜੀ ਸਾਡੀ ਇਤਿਹਾਸ ਆ, ਜਿਹੜੀਆਂ ਸਾਡੀ ਸੱਭਿਅਤਾ ਹੈਗੀ ਆ, ਇਸ ਨੂੰ ਐਜ਼ ਇਟ ਇਜ਼ ਰੱਖਣਾ ਬਹੁਤ ਜ਼ਰੂਰੀ ਹੈ, ਬਹੁਤ ਜ਼ਿਆਦਾ ਜ਼ਰੂਰੀ ਹੈ, ਜਿਸ ਤਰ੍ਹਾਂ ਕਿ ਆਪਾਂ ਦੇਖ ਹੀ ਰਹੇ ਹਾਂ। ਹਾਂਜੀ ਗਰੇਵਾਲ ਸਾਹਿਬ। ਤੇ ਅਸੀਂ ਗੱਲ ਕਰ ਰਹੇ ਸੀ ਸਰਹੰਦ, ਆਪਣੇ ਬੜਾ ਸਾਡਾ ਇੱਕ, ਮੈਂ ਕਹਿ ਨਹੀਂ ਸਕਦਾ ਕਿ ਜਗ੍ਹਾ ਵਾਸਤੇ ਬਹੁਤ ਸਾਰੀ ਪਵਿੱਤਰ ਜਗ੍ਹਾ ਸਾਡੇ ਵਾਸਤੇ। ਉੱਥੇ ਇੱਕ ਬਾਗ ਆ, ਆਮ ਬਾਗ, ਜਿਹੜਾ ਕਿ ਮੈਂ ਖੁਦ ਦੇਖਿਆ। ਮੈਂ ਸਰਹੰਦ ਗਿਆ ਸੀ। ਆਮ ਖਾਸ ਉਹਦੇ ਵਿੱਚ ਆਮ ਖਾਸ ਬਾਗ, ਹਾਂਜੀ ਚਲੋ। ਉੱਥੇ ਮੈਂ ਜਾ ਕੇ ਜਦੋਂ ਦੇਖਿਆ, ਉਹ ਕਿੱਡੀ ਵੱਡੀ ਇਤਿਹਾਸਕ ਜਗ੍ਹਾ ਨੇ ਪੁਰਾਣੀਆਂ ਸਾਡੀਆਂ। ਉਹਨੂੰ ਜੇ ਕਿਤੇ ਪ੍ਰੀਜ਼ਰਵ ਕੀਤਾ ਹੁੰਦਾ ਤੇ ਉਹਦਾ ਚੰਗੀ ਤਰ੍ਹਾਂ ਉਹਦਾ ਇਸਤੇਮਾਲ ਕੀਤਾ ਹੁੰਦਾ, ਉਹਦੇ 'ਚ ਇੱਕ ਇੱਧਰ ਬਿਲਡਿੰਗ ਬਣੀ ਦੇਖੀ ਆ, ਉੱਧਰ ਦੇਖੀ ਆ, ਉਹ ਪੁਰਾਣੀ ਇੱਟਾਂ ਦੀਆਂ ਪਈਆਂ ਨੇ, ਢਈ ਜਾ ਰਹੀਆਂ ਨੇ, ਤੇ ਤਰਸ ਆਉਂਦਾ ਦੇਖ ਕੇ ਉਹ ਚੀਜ਼ਾਂ ਨੂੰ। ਉਹ ਸਾਡਾ ਇਤਿਹਾਸ ਆ, ਬੇਸ਼ੱਕ ਉਹ ਕਿਸੇ ਨੇ ਵੀ ਬਣਾਇਆ,
ਸ਼ੱਕ ਉਹ ਮੁਸਲਮਾਨਾਂ ਟਾਈਮ ਤੇ ਬਣਿਆ, ਸ਼ੱਕ ਉਹ ਸਿੱਖ ਟਾਈਮ ਤੇ ਬਣਿਆ, ਸ਼ੱਕ ਉਹ ਹਿੰਦੂ ਟਾਈਮ ਤੇ ਬਣਿਆ, ਕਿਸੇ ਟਾਈਮ ਤੇ ਵੀ ਬਣਿਆ, ਉਹ ਇਤਿਹਾਸ ਆ ਸਾਡਾ। ਉਹ ਸਾਡਾ ਇਤਿਹਾਸ ਰੱਖਣਾ ਚਾਹੀਦਾ, ਉਸ ਤਰ੍ਹਾਂ ਉਹਨੂੰ ਪ੍ਰੀਜ਼ਰਵ ਕਰਕੇ। ਅੱਜ ਕੱਲ੍ਹ ਤਾਂ ਸਾਡੇ ਕੋਲ ਟੂਲਸ ਇੰਨੇ ਨੇ, ਤੁਸੀਂ ਸੈਟੇਲਾਈਟ ਦੇ ਉੱਤੋਂ ਤੁਸੀਂ ਉਹਨਾਂ ਦੀਆਂ ਫੋਟੋਆਂ ਖਿੱਚ ਕੇ ਤੁਸੀਂ ਉਹਨੂੰ ਰੀਪ੍ਰੋਡਕਸ਼ਨ ਕਰ ਸਕਦੇ ਹੋ, ਉੱਥੇ ਫਿਲਮ ਬਣਾ ਕੇ ਉੱਥੇ ਲਾ ਸਕਦੇ ਹੋ, ਉੱਥੇ ਉਹਦੀ ਹਿਸਟਰੀ ਲਿਖ ਸਕਦੇ ਹੋ, ਲੋਕਾਂ ਦੇ ਵਿੱਚ ਵੰਡ ਕੇ ਬਾਹਰ ਲੋਕੀ ਉੱਥੇ ਦੇਖਣ ਆਉਣ। ਇੱਕ ਸਰਹੰਦ ਇਹੋ ਜਿਹਾ ਪੁਰਾਣਾ ਸ਼ਹਿਰ ਆ, ਜਿਸ ਤਰ੍ਹਾਂ ਸਾਡਾ ਕੈਂਟਬਰੀ ਆ, ਜਾਂ ਤੁਹਾਨੂੰ ਮੈਂ ਛੋਟਾ ਜਿਹਾ ਸਾਡਾ ਕੈਂਬਰਲੀ, ਚਲੋ ਬਹੁਤ ਛੋਟਾ ਪੁਰਾਣਾ ਨਹੀਂ ਬਹੁਤਾ ਹੈਗਾ, ਸਰਹੰਦ ਦਾ ਬਹੁਤ ਪੁਰਾਣਾ ਟਾਊਨ ਆ। ਉਸ ਟਾਊਨ ਨੂੰ ਇਸ ਤਰ੍ਹਾਂ ਪ੍ਰੀਜ਼ਰਵ ਹੋਣਾ ਕਰਨਾ ਚਾਹੀਦਾ ਸੀ ਕਿ ਉਹਦੀ ਇੱਕ ਗਲੀ ਗਲੀ ਇੱਕ ਇਤਿਹਾਸਿਕ ਤੌਰ ਤੇ ਉੱਤੇ ਕਰਕੇ, ਟੂਰਿਜ਼ਮ ਦੇ ਉੱਤੇ ਕਰਕੇ ਉਹ ਵਰਤਣੀ ਚਾਹੀਦੀ ਸੀ, ਜਿਹੜੀ ਕਿ ਉਸ ਸਾਡੇ ਪੰਜਾਬ ਨੂੰ ਉਹਦਾ ਬੈਨੀਫਿਟ ਹੋਵੇ ਤੇ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਕਿ ਇਹ ਸਾਡਾ ਇਤਿਹਾਸ, ਸਾਡਾ ਸ਼ਹਿਰ, ਸਾਡਾ ਪਿੰਡ, ਜਿੱਥੇ 10ਵੇਂ ਪਾਤਸ਼ਾਹ ਦੇ 2 ਸਾਹਿਬਜ਼ਾਦੇ ਸਾਡੇ ਭਰਾ ਤੇ ਸਾਡੇ ਵਾਸਤੇ ਸ਼ਹੀਦਾਂ ਦਿੱਤੀਆਂ ਨੇ, ਤੇ ਉਹਨਾਂ ਦਾ ਵੀ ਫਿਰ ਲੋਕਾਂ ਨੂੰ ਪਤਾ ਲੱਗੂਗਾ। ਨਾਲੇ ਲੋਕਾਂ ਨੂੰ ਜੌਬਾਂ ਮਿਲਣਗੀਆਂ, ਨਾਲੇ ਕਲੀਨੈਸ ਹੋਊਗੀ, ਨਾਲੇ ਪ੍ਰੀਜ਼ਰਵ ਹੋਊਗਾ। ਇਸੇ ਕਰਕੇ ਮੈਂ ਵਾਰ-ਵਾਰ ਕਹਿਣਾ ਹੁੰਦਾ, ਜੇ ਤੁਸੀਂ ਪੜ੍ਹੇ ਲਿਖੇ ਇਮਾਨਦਾਰ ਤੁਸੀਂ ਪੋਲੀਟੀਸ਼ੀਅਨ ਚੂਜ਼ ਕਰੇਂਗੇ, ਫਿਰ ਆਪਣੇ ਆਪ ਹੀ ਇਹ ਚੀਜ਼ਾਂ ਬਾਹਰਲਿਆਂ ਤੋਂ ਸਿੱਖ ਕੇ ਆਉਂਦੀਆਂ ਨੇ। ਸਾਡੇ ਕਿਤੇ ਪੋਲੀਟੀਸ਼ੀਅਨ ਕਿਤੇ ਬਾਹਰ ਆ ਕੇ ਚੀਜ਼ਾਂ ਦੇਖਦੇ ਨਹੀਂ ਹੈਗੇ, ਉਹ ਕਿਤੇ ਆ ਕੇ ਜਿਹੜੇ ਇੱਥੇ ਇਹਨਾਂ ਦਾ ਸਿਸਟਮ ਨੂੰ, ਇਹਨਾਂ ਦੀਆਂ ਪੁਰਾਣੀਆਂ ਬਿਲਡਿੰਗਾਂ ਨੂੰ ਸ਼ੋਰ, ਉਹਨਾਂ ਦੇ ਰਿਸ਼ਤੇਦਾਰ ਜਦੋਂ ਇੱਥੇ ਆਉਂਦੇ ਨੇ ਉਹਨਾਂ ਨੂੰ ਬਾਹਰ ਲੈ ਕੇ ਜਾਂਦੇ ਨੇ। ਤੁਸੀਂ ਮੈਡਮ ਥੋਸਾ ਦਾ ਤੁਸੀਂ ਇੱਥੇ ਨਾਂ ਸੁਣਿਆ ਹੋਣਾ, ਬਹੁਤ ਲੋਕੀ ਜਿਹੜੇ ਇੰਡੀਆ ਤੋਂ ਆਉਂਦੇ ਨੇ ਉੱਥੇ ਆ ਕੇ ਦੇਖਦੇ ਨੇ, ਸਟੈਚੂ ਲੱਗੇ ਹੁੰਦੇ ਨੇ, ਪਰ ਉਹ ਹਜ਼ਾਰਾਂ ਮਿਲੀਅਨ ਪਾਉਂਡ ਸਾਲ ਦਾ ਇਕੱਠਾ ਕਰਕੇ ਉਹਦਾ ਰੈਵਨਿਊ ਗਵਰਨਮੈਂਟ ਦਾ ਉਹ ਸਾਡਾ ਇਕੱਠਾ ਹੋ ਰਿਹਾ ਵਾ। ਇਸ ਤਰ੍ਹਾਂ ਵਿੰਜ਼ਰ ਕਾਸਲ ਆ, ਜਿੱਥੇ ਰਾਣੀ ਰਹਿੰਦੀ ਆ, ਅੰਦਰ ਜਾਣ ਵਾਸਤੇ ਤੁਸੀਂ ਉਹਦੇ ਅੰਦਰ ਜਾਵੋ, ਅੱਜ ਤੱਕ ਵੀ ਉੱਥੇ ਤੁਸੀਂ ਕਹੇਂਗੇ ਇਹਨਾਂ ਨੇ ਲੁੱਟ ਕੇ ਚੀਜ਼ਾਂ ਰੱਖੀਆਂ ਹੋਈਆਂ ਨੇ। ਮੈਂ ਕਹਿੰਦਾ ਵੀ ਇਹਨਾਂ ਨੇ ਸਾਂਭ ਕੇ ਰੱਖੀਆਂ ਹੋਈਆਂ ਨੇ। ਟੀਪੂ ਸੁਲਤਾਨ ਦੀ ਜਿਹੜੀ ਪੋਸ਼ਾਕ ਸੀ, ਉਹਦੇ ਹਥਿਆਰ ਸੀ, ਸਾਰਾ ਕੁਝ ਉੱਥੇ ਇਹਨਾਂ ਨੇ ਪ੍ਰੀਜ਼ਰਵ ਕਰਕੇ ਰੱਖੇ ਹੋਏ ਨੇ, ਮੈਂ ਆਪ ਦੇਖੇ ਨੇ। ਇਹੋ ਜਿਹੀਆਂ ਚੀਜ਼ਾਂ ਸਾਡੀਆਂ, ਹਾਂਜੀ ਹਾਂ, ਟੀਪੂ ਸੁਲਤਾਨ ਦੀਆਂ ਕਿੱਡਾ ਵੱਡਾ ਉਹ ਆਪਾਂ ਨਾਂ ਸੁਣਿਆ ਸੀ, ਅਸੀਂ ਤਾਂ ਹਿਸਟਰੀ ਪੜ੍ਹੀ ਹੋਈ ਆ ਮਾੜੀ ਜਿਹੀ, ਉੱਥੇ ਪਿੰਡਾਂ ਆਪਣੇ ਜਦੋਂ ਸਾਡੇ ਸਿਲੇਬਸ ਦੇ ਵਿੱਚ ਹੁੰਦੀ ਸੀ, ਹਿਸਟਰੀ ਦਾ ਇੱਕ ਪੇਜ ਹੁੰਦਾ ਸੀ ਉਹਦਾ। ਮੈਂ ਉਹਦੀ ਉਹ ਜਦੋਂ ਮੈਂ ਦੇਖੀ, ਜਦੋਂ ਮੈਨੂੰ ਬੜਾ ਪਤਾ ਸੀ ਕਿ ਟੀਪੂ ਸੁਲਤਾਨ ਕੌਣ ਸੀ, ਮੈਨੂੰ ਬੜਾ ਦਿਲ ਖੁਸ਼ ਹੋਇਆ ਕਿ ਐਟਲੀਸਟ ਇਹਨਾਂ ਨੇ ਉਹਦੀ ਪੋਸ਼ਾਕ ਤਾਂ ਸਾਂਭ ਕੇ ਰੱਖੀ ਹੋਈ ਆ। ਤੇ ਸਾਡਿਆਂ ਨੇ ਤਾਂ, ਮੈਂ ਤੁਹਾਨੂੰ ਇੱਕ ਹੋਰ ਹਿਸਟਰੀ ਦੀ ਗੱਲ ਦੱਸਦਾ। ਸਰਾਂ, ਇੱਕ ਜਿਹੜੀ ਬੜੀ ਫੇਮਸ ਸਰਾਂ ਹੁੰਦੀ ਸੀ ਇੱਧਰ ਜਲੰਧਰ ਦੇ ਪਰਲੇ ਪਾਸੇ, ਇੱਧਰ ਦੁਆਬੇ ਵਿੱਚ, ਪਤਾ ਨਹੀਂ ਕੀ ਗਾਣਿਆਂ 'ਚ ਵੀ ਲਿਖੀ ਹੋਈ ਆ ਉਹ ਸਰਾਂ ਦਾ ਨਾਂ। ਤੇ ਉਹ ਉੱਥੋਂ ਦਾ ਉਹ ਜਿਹੜਾ ਮਾਲਕ ਸੀ, ਉੱਥੋਂ ਦਾ ਕੋਈ ਪੁਲਿਸ ਆਫਿਸਰ ਸੀ ਗੋਰਾ, ਉਹਦੇ ਨਾਲ ਕੋਈ ਖੜਬੜ ਹੋ ਗਈ ਹੋਣੀ ਆ, ਤੇ ਉਹਦੀ ਉਹ ਡੋਰ ਲਾ ਲਿਆ ਆਇਆ ਸੀ ਉਹ ਸਰਾਂ ਦੀ। ਹਾਂਜੀ, ਉਹ ਡੋਰ ਲਾ ਲਿਆ ਆਇਆ ਸੀ। ਤੇ ਉਹ ਸਾਊਥਹਾਲ ਸਾਡੇ ਗੁਰਦੁਆਰੇ ਨੂੰ ਜਦੋਂ ਉਹਦੀ ਡੈਥ ਹੋ ਗਈ, ਉਹਦੇ ਜਿਹੜੇ ਬੱਚਿਆਂ ਨੇ ਦੇਖਿਆ ਵੀ ਇਹ ਕੀ ਚੀਜ਼ ਆ, ਬਹੁਤ ਵੱਡਾ ਦਰਵਾਜ਼ਾ ਸੀ, ਮੈਂ ਆਪ ਦੇਖਿਆ, ਉਹ ਲੱਗਿਆ ਵੀ ਸਾਡੇ ਸਾਊਥਹਾਲ ਗੁਰਦੁਆਰੇ ਵੀ ਲੱਗਿਆ ਵੀ, ਮੈਂ ਦੇਖਿਆ। ਤੇ ਉਹ ਆ ਕੇ ਗੁਰਦੁਆਰੇ ਵਾਲਿਆਂ ਨੂੰ ਕਹਿੰਦੇ ਵੀ ਸਾਡੇ ਤਾਂ ਇਹ ਕੰਮ ਦੀ ਚੀਜ਼ ਹੈ ਨਹੀਂ, ਇਹ ਤੁਹਾਡੀ ਚੀਜ਼ ਆ, ਤੁਸੀਂ ਵਾਪਸ ਲੈ ਲਓ। ਉਹਨੂੰ ਫੈਮਿਲੀ ਨੇ ਆ ਕੇ ਦੇਤੀ। ਉਹ ਸਾਡੇ ਉੱਥੇ ਸਾਊਥਹਾਲ ਗੁਰਦੁਆਰੇ ਦੇ ਮੂਹਰੇ ਲੱਗਿਆ ਰਿਹਾ, ਕਾਫੀ ਚਿਰ ਲੱਗਿਆ ਰਿਹਾ। ਪਹਿਲਾਂ ਤਾਂ ਉਹਦੀਆਂ ਚਗਾਠਾਂ ਕੱਲੀਆਂ ਪਈਆਂ ਰਹੀਆਂ, ਫਿਰ ਇਹਨਾਂ ਨੇ ਇਕੱਠਾ ਕਰਕੇ ਲਾ ਵੀ ਦਿੱਤਾ ਸੀ। ਫਿਰ ਉਹ ਹੁਣ ਪਤਾ ਨਹੀਂ ਕਿੱਥੇ ਚਲੇ ਗਿਆ, ਪਤਾ ਨਹੀਂ ਉਹ ਕਿਸੇ ਨੂੰ ਵੇਚ ਦਿੱਤਾ ਕੀ ਆ। ਮੈਂ ਕਿਹਾ ਅਸੀਂ ਚੀਜ਼ ਸਾਂਭਣ ਜਾਣਦੇ ਨਹੀਂ ਹੈਗੇ, ਅਸੀਂ ਤਾਂ ਸਿਰਫ ਪਤਾ ਨਹੀਂ ਸਾਡੇ 'ਚ ਕੀ ਆ, ਉਹ ਉੱਥੋਂ ਗਾਇਬ ਹੋ ਗਈ ਆ, ਮੈਨੂੰ ਨਹੀਂ ਪਤਾ ਕਿੱਥੇ ਚਲੇ ਗਈ ਆ। ਇਹ ਚੀਜ਼ਾਂ ਸਾਂਭ ਕੇ ਰੱਖਣ ਵਾਲੀਆਂ ਸੀ। ਜੇ ਤਾਂ ਇੰਡੀਆ ਦੇ ਵਿੱਚ ਕੋਈ ਹੁੰਦੀ ਤਾਂ ਉਹਦੀ ਉੱਥੇ ਜਗ੍ਹਾ ਹੁੰਦੀ ਤਾਂ ਉਹ ਉੱਥੇ ਭੇਜ ਦਿੰਦੇ, ਪਰ ਇੰਡੀਆ 'ਚ ਵੀ ਉਹਦੀ ਕੋਈ ਸਰਾਂ ਹੈ ਨਹੀਂ ਸੀ। ਉਹਨਾਂ ਨੇ ਜਿਹੜੀ ਐਨੀਵੇ ਇੱਧਰ ਉੱਧਰ ਹੋ ਗਈ ਚੀਜ਼। ਤੇ ਇਸ ਤਰ੍ਹਾਂ ਹੀ ਉਹ ਟੋਡਰ ਮੱਲ ਦੀ ਮੈਂ ਆਪਣੇ ਦੀ ਉਹਦੀ ਜਿਹੜੀ ਕੋਠੀ ਆ, ਉਹ ਮੈਂ ਅੱਜ ਕੱਲ੍ਹ ਤਾਂ ਕਿਸੇ ਨੇ ਫੋਟੋ ਪਾਈ ਸੀ ਫੇਸਬੁੱਕ ਦੇ ਉੱਤੇ, ਮੈਂ ਉਹ ਦੇਖੀ ਤੇ ਦੇਖ ਕੇ ਤਰਸ ਆਉਂਦਾ ਯਾਰ, ਐਡੀ ਵੱਡੀ ਸਾਡੀ ਬੰਦੇ ਦੀ ਹਿਸਟਰੀ ਆ, ਉਹਨੇ ਅਸੀਂ ਉਹ ਵੀ ਪ੍ਰੀਜ਼ਰਵ ਨਹੀਂ ਕਰਕੇ ਰੱਖੀ ਹੈਗੀ। ਜਿਹੜੀ ਹੈਗੀ ਆ ਉਹਨੂੰ ਪ੍ਰੀਜ਼ਰਵ ਕਰਕੇ ਉਹਦੀਆਂ ਤਰ੍ਹਾਂ ਦੇ ਉਹਦੇ ਰੂਮ ਬਣਾ ਸਕਦੇ ਆ, ਉਹਦੀ ਉੱਥੇ ਪ੍ਰੋਜੈਕਸ਼ਨ ਹੋ ਸਕਦੀ ਆ, ਕਿਉਂਕਿ ਅੱਜ ਕੱਲ੍ਹ ਟੈਕਨੋਲੋਜੀ ਬਹੁਤ ਜ਼ਿਆਦਾ ਵਧੀ ਹੋਈ ਆ।
ਬਿਲਕੁਲ। ਸਾਡੇ ਇੱਕ ਪ੍ਰੋਗਰਾਮ ਬਣਾਇਆ ਸੀ ਅਮਰੀਕਾ ਦੇ ਵਿੱਚ, ਜਿੰਨੇ ਵੀ ਸੈਕੰਡ ਵਰਲਡ ਵਾਰ ਵੇਲੇ ਜਿਹੜੇ ਜੂ ਬਚੇ, ਹੁਣ ਉਹ ਉਮਰ ਦੇ ਕਾਫੀ ਹੋ ਗਏ, ਜਿਹੜੇ ਬੱਚੇ ਸੀ ਹੁਣ ਬੁੜੇ ਹੋ ਗਏ ਨੇ, ਉਹਨਾਂ ਨੇ ਪਤਾ ਕੀ ਕੀਤਾ, ਟੈਕਨੋਲੋਜੀ ਦੀ ਮੈਂ ਤੁਹਾਨੂੰ ਗੱਲ ਦੱਸਦਾ, ਉਹਨਾਂ ਦੀ ਹੁਣ ਉਹਨਾਂ ਨੇ ਵੀਡੀਓ ਉਹਨਾਂ ਦੀ ਗ੍ਰਾਫਿਕ ਕੀਤੀ ਹੋਈ ਆ, ਟੈਕਨੋਲੋਜੀ ਇਹੋ ਜਿਹੀ ਆ, ਉਹਨਾਂ ਨੇ ਉਹ ਸਾਂਭ ਕੇ ਉਹਨਾਂ ਮਿਊਜ਼ੀਅਮ ਬਣਾ ਰਹੇ ਨੇ, ਬਣਾ ਕੇ ਉਹਨੂੰ ਤੁਸੀਂ, ਉਹ ਜਿਹੜਾ ਬੰਦਾ ਬੈਠਾ ਐਂ ਲੱਗਦਾ ਜਿਕਣ ਉਹ ਜਿਉਂਦਾ ਬੈਠਾ ਤੁਹਾਡੇ ਮੂਹਰੇ, ਇਸ ਤਰ੍ਹਾਂ ਪ੍ਰੋਜੈਕਟ ਕੀਤਾ ਹੋਇਆ। ਤੁਸੀਂ ਉਹਨੂੰ ਕੋਈ ਵੀ ਕੁਐਸਚਨ ਪੁੱਛੋ, ਬੱਚੇ ਸਕੂਲ ਦੇ ਜਾ ਕੇ ਉਹਨੂੰ ਕੋਈ ਵੀ ਕੁਐਸਚਨ ਪੁੱਛੋ, ਉਹ ਤੁਹਾਨੂੰ ਐਂ ਦੱਸਦਾ ਜਿਕਣ ਉਹ ਜਿਉਂਦਾ ਬੈਠਾ ਹੁੰਦਾ ਤੁਹਾਡੇ ਮੂਹਰੇ। ਟੈਕਨੋਲੋਜੀ ਉਹਦੇ ਚ ਐਡੀ ਭਰ ਦਿੱਤੀ ਆ, ਪ੍ਰੀਜ਼ਰਵ ਕਰਕੇ ਰੱਖ ਲਈ ਉਹਨਾਂ ਨੇ, ਇਹਦੇ ਨਾਲ ਉਹਨਾਂ ਦੀ ਹਿਸਟਰੀ ਕਦੇ ਨਹੀਂ ਮਰਨੀ ਹੈਗੀ। ਜਦੋਂ ਉਹਦੇ ਚ ਜਾਣੀ ਕਿ ਇੰਨੇ ਕੁਐਸਚਨ ਉਹਨਾਂ ਨੇ ਕੀਤੇ ਨੇ ਵੀ, ਤੁਸੀਂ ਜੇ ਕੁਐਸਚਨ ਪੁੱਛਣਾ 1947 ਦਾ ਮੇਰੇ ਤੋਂ, ਉਹਦੇ ਚ ਹਜ਼ਾਰਾਂ ਹੀ ਕੁਐਸਚਨ ਉਹਨਾਂ ਨੇ ਉਹਦੇ ਚ ਭਰ ਦਿੱਤੇ ਨੇ, ਤੇ ਜਿਹੜੇ ਵੀ ਲੋਕੀ ਪੁੱਛਦੇ ਨੇ ਆਮ, ਤੇ ਮੈਂ 1947 ਦਾ ਜੇ ਮੈਂ ਉਹਦਾ ਜਿਉਂਦਾ ਹੋਊਂਗਾ, ਉਹਦਾ ਮੈਨੂੰ ਸਾਰਾ ਪਤਾ ਹੋਊਗਾ, ਉਹ ਕੁਐਸਚਨ ਮੈਂ ਆਟੋਮੈਟਿਕਲੀ ਮੈਨੂੰ ਉਹ ਤੁਹਾਨੂੰ ਐ ਲੱਗੂ ਕਿ ਮੈਂ ਤੁਹਾਨੂੰ ਅੱਜ ਦੱਸ ਰਿਹਾ ਵਾ। ਇਸ ਤਰ੍ਹਾਂ ਹੀ ਉਹਨਾਂ ਨੇ ਉੱਥੇ ਉਹ ਟੈਕਨੋਲੋਜੀ ਲਿਆ ਕੇ ਰੱਖ ਦਿੱਤੀ ਕਿ ਉਹ ਲੋਕੀ ਕਦੇ ਵੀ ਅੱਜ ਮਰਨਗੇ ਨਹੀਂ, ਪਰ ਉਹ ਜਿਉਂਦੇ ਨੇ ਵਿੱਚ ਉਹਨਾਂ ਦੇ, ਕਈ ਤਾਂ ਮਰ ਵੀ ਗਏ ਨੇ, ਪਰ ਉਹ ਮਰਨਗੇ ਨਹੀਂ, ਕਿਉਂਕਿ ਉਹਨਾਂ ਨੇ ਟੈਕਨੋਲੋਜੀ ਨੂੰ ਇਸ ਤਰ੍ਹਾਂ ਇਕੱਠਾ ਕਰ ਲਿਆ। ਤੇ ਉਹ ਜਿਸ ਤਰ੍ਹਾਂ ਸਾਡੇ ਤਾਂ ਹੁਣ ਬਜ਼ੁਰਗ ਜਿਹੜੇ ਸੀ 1947 ਦੇ, ਉਧਰੋਂ ਬੱਚੇ ਹੋਏ ਇੱਧਰ ਨੂੰ ਆਏ ਨੇ, ਬਹੁਤ ਮਰ ਗਏ ਵਿਚਾਰੇ, ਕਈਆਂ ਦੀਆਂ ਵੀਡੀਓ ਤੁਸੀਂ ਦੇਖਦੇ ਹੋ, ਰੋਂਦੇ ਨੇ, ਪਰ ਉਹਨਾਂ ਨੂੰ ਕੋਈ ਪ੍ਰੀਜ਼ਰਵ ਕਰਨ ਵਾਲਾ ਨਹੀਂ ਹੈਗਾ, ਉਹਨਾਂ ਨੂੰ ਰੱਖਣ ਵਾਲਾ ਨਹੀਂ ਹੈਗਾ, ਤੇ ਅਗਲੇ 100 ਸਾਲ ਨੂੰ ਕਿਹਨੇ ਪਤਾ ਲੱਗਣਾ ਕੌਣ ਸੀ ਕੀ ਨਹੀਂ। ਇਹ ਚੀਜ਼ਾਂ ਬਹੁਤ ਜ਼ਰੂਰੀ ਨੇ, ਇੱਕ ਤਾਂ ਦੇਸ਼ ਦੇ ਰੈਵਨਿਊ ਵਾਸਤੇ, ਇੱਕ ਹਿਸਟਰੀ ਵਾਸਤੇ, ਤੇ ਦੂਜਾ ਲੋਕਾਂ ਨੂੰ ਪਤਾ ਲੱਗਦਾ ਕਿ ਮੁੜ ਕੇ ਉਹ ਸੇਮ ਮਿਸਟੇਕ ਨਹੀਂ ਕਰਨਗੇ ਜਿਸ ਤਰ੍ਹਾਂ ਸੈਕੰਡ ਵਰਲਡ ਵਾਰ ਹੋਈ। ਤੇ ਉਸ ਤੋਂ ਬਾਅਦ ਉਹ ਜਿਹੜੇ ਬੱਚੇ ਹੁਣ ਬੁੜੇ ਹੋ ਗਏ ਨੇ, ਉਹ ਆਪਦੀ ਸਟੋਰੀ ਦੱਸਦੇ ਨੇ। ਇਹਦਾ ਮਤਲਬ ਕਿ ਜਿਹੜੀ 100 ਸਾਲ ਨੂੰ 200 ਸਾਲ ਨੂੰ ਕਿਉਂ ਹੁਣ ਅੱਜ ਯੂਰਪ ਦੇ ਵਿੱਚ ਵੋਇਡ ਕਰ ਰਹੇ ਨੇ, ਰਸ਼ੀਆ ਯੂਕਰੇਨ ਦੇ ਉੱਤੇ ਅਟੈਕ ਕਰ ਰਿਹਾ, ਇਹ ਫਿਰ ਵੀ ਡਿਪਲੋਮੈਸੀ ਦੇ ਨਾਲ ਉਹਨੂੰ ਹਟਾਉਣਾ ਚਾਹੁੰਦੇ ਨੇ। ਇਹ ਸੇਮ ਮਿਸਟੇਕ ਨਹੀਂ ਕਰਨਾ ਚਾਹੁੰਦੇ ਜਿਹੜੀ 1939 ਦੇ ਵਿੱਚ ਹੋਈ, ਸੈਕੰਡ ਵਰਲਡ ਵਾਰ ਲੱਗੀ, ਯੂਰਪ ਦੇ ਵਿੱਚ ਲੜਾਈ ਲੱਗੀ, ਉਹਨੂੰ ਵੋਇਡ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ ਕਿ ਲੜਾਈ ਯੂਰਪ ਦੇ ਵਿੱਚ ਨਾ ਲੱਗੇ, ਲੜਾਈ ਦਾ ਕੀ ਨਤੀਜਾ ਨਿਕਲਣਾ। ਇਹ ਚੀਜ਼ਾਂ ਆਪਾਂ ਦੂਜੇ ਪਾਸੇ ਲੈ ਕੇ, ਆਪਾਂ ਹਿਸਟੋਰੀਕਲ ਚੀਜ਼ਾਂ ਦੀ ਗੱਲ ਕਰਦੇ ਸੀ। ਸਾਡੇ ਦੇਸ਼ ਦਾ ਰੈਵਨਿਊ ਜੇ 5% ਵੀ GDP ਵੱਧ ਜਾਊਗਾ ਆਪਣੇ ਟੂਰਿਜ਼ਮ ਦੇ ਨਾਲ, ਕਿੰਨੀਆਂ ਲੱਖਾਂ ਮਿਲੀਅਨ ਜੌਬਾਂ, ਕਰੋੜਾਂ ਜੌਬਾਂ ਨਿਕਲਣਗੀਆਂ, ਜਿਹਦੇ ਨਾਲ ਸੜਕਾਂ ਬਣਨਗੀਆਂ, ਬੱਚੇ ਸਾਡੇ ਉੱਥੇ ਜੌਬਾਂ ਤੇ ਲੱਗਣਗੇ। ਸਾਡਿਆਂ ਨੂੰ ਜਿਹੜੇ ਪਿੰਡਾਂ ਦੇ ਵਿੱਚ ਕਈ ਇਹੋ ਜਿਹੇ ਘਰ ਨੇ, ਪਿੰਡਾਂ ਦੇ ਵਿੱਚ ਇਹੋ ਜਿਹੇ ਕਈ ਘਰ ਨੇ 200 ਸਾਲ ਪੁਰਾਣੇ, ਕਈਆਂ ਪੁਰਾਣੇ ਪਿੰਡਾਂ 'ਚ ਮੈਂ ਗਿਆ ਵੀ ਹਾਂ, ਦੇਖ ਕੇ ਤੁਹਾਨੂੰ ਰੋਣਾ ਆਉਂਦਾ ਬਾਹਰ। ਉਹ ਗੇਟ ਦੇ ਉੱਤੇ ਗੁਰੂ ਨਾਨਕ ਦੇਵ ਜੀ ਦੀ ਫੋਟੋ ਵਿਚਾਲੇ ਲੱਗੀ ਹੁੰਦੀ ਆ, ਆਲੇ ਦੁਆਲੇ ਵਾਲਾ ਮਰਦਾਨਾ ਬੈਠਾ, ਤੇ ਉਹ ਹੱਥ ਦੇ ਨਾਲ ਪੇਂਟ ਕੀਤੀ ਹੋਈ ਆ, 200 ਸਾਲ ਪੁਰਾਣੀ, 100 ਸਾਲ ਪੁਰਾਣੀਆਂ ਫੋਟੋਆਂ ਨੇ, ਤੇ ਉਹ ਗੇਟ ਤੁਸੀਂ ਪ੍ਰੀਜ਼ਰਵ ਕਰਕੇ ਰੱਖੋ ਯਾਰ। ਪਰ ਗਵਰਨਮੈਂਟ ਨੂੰ ਗ੍ਰਾਂਟਾਂ, ਇਹ ਗਵਰਨਮੈਂਟ ਦੀਆਂ ਗ੍ਰਾਂਟਾਂ ਤੋਂ ਬਗੈਰ ਨਹੀਂ ਕੰਮ ਹੁੰਦਾ। ਸਾਡੇ ਇੰਗਲੈਂਡ ਦੇ ਵਿੱਚ ਬ੍ਰਿਟਿਸ਼ ਹੈਰੀਟੇਜ ਇੱਕ ਸੰਸਥਾ ਬਣਾਈ ਹੋਈ ਆ, ਜੇ ਇਸ ਤਰ੍ਹਾਂ ਮੇਰਾ ਕੋਈ ਵੱਡਾ, ਜਿਹੜੇ ਪੁਰਾਣੇ ਬੰਦੇ ਦੇ ਵੱਡੇ ਘਰ ਸੀ, 20-100 ਬੈਡਰੂਮ ਘਰ ਸੀ, ਕੰਟਰੀ ਹਾਊਸ ਕਹਿ ਦਿੰਦੇ ਸੀ, ਉਹਨਾਂ ਫੈਮਲੀਆਂ ਨੇ ਕੀ ਕੀਤਾ, ਉਹ ਹੈਰੀਟੇਜ ਨੂੰ ਦੇ ਦਿੱਤਾ ਘਰ ਆਪਦਾ, ਦੇ ਕੇ, ਪਰ ਉਹ ਰਹਿੰਦੇ ਵਿੱਚ ਆਪ ਨੇ, ਇੱਕ 2 ਰੂਮਾਂ 'ਚ 5 ਰੂਮਾਂ 'ਚ ਆਪ ਰਹਿੰਦੇ ਨੇ, ਉਹਦੀ ਇਨਕਮ ਵੀ ਫਿਰ ਉਹਨੂੰ ਗ੍ਰਾਂਟ ਦਿੰਦੇ ਨੇ, ਸਾਲ ਦੀ ਥੋੜੇ ਜਿਹੇ ਪੈਸੇ ਦਿੰਦੇ ਨੇ, ਉਹਨੂੰ ਉਹ ਮੇਨਟੇਨੈਂਸ ਕਰੀ ਰੱਖਦੇ ਆ। ਫਿਰ ਉੱਥੇ ਲੋਕੀ ਟੂਰਿਸਟ ਜਾਂਦੇ ਨੇ, ਉਹਦੇ ਹੋਟਲ ਵਿੱਚ ਬਣੇ ਹੋਏ ਨੇ, ਉਹਦੇ 'ਚ ਸ਼ਾਦੀਆਂ ਹੁੰਦੀਆਂ ਨੇ, ਜਾਣੀ ਕਿ ਉਹਨੂੰ ਚਲਾਉਣ ਵਾਸਤੇ ਉਹਨਾਂ ਦਾ ਉਹਨੂੰ ਢਾਉਂਦੇ ਨਹੀਂ ਹੈਗੇ। ਤੇ ਸਾਡੇ ਪਿੰਡ ਦੇ ਵਿੱਚ ਇੱਕ ਕੋਠੀ ਹੁੰਦੀ ਸੀ, ਪਿੰਡ ਦੇ ਵਿਚਾਲੇ, ਉਹ ਜਮਾ ਹੀ ਢਾ ਦਿੱਤੀ ਪਿੰਡਾਂ ਵਾਲਿਆਂ ਦਾ, ਛੋਟੀ ਇੱਟ ਸੀ, ਚੱਕ ਕੇ ਭਰਤ ਪਾ ਦਿੱਤੇ, ਉਹ ਪਾਤੇ, ਮੈਂ ਆਪ ਦੇਖੇ ਨੇ, ਉਹ ਛੋਟੇ ਹੁੰਦੇ ਨੇ। ਪਰ ਉਹ ਫੈਮਿਲੀ ਸਾਡੇ ਲੁਧਿਆਣੇ ਰਹਿੰਦੀ ਸੀ, ਪੜ੍ਹੇ ਲਿਖੇ ਸੀ, ਉਹਦਾ ਨਾਂ ਸੀ ਚਰਨ ਸਿੰਘ, ਮੈਨੂੰ ਪਤਾ ਕਾਮਰੇਡ ਚਰਨ ਸਿੰਘ ਉਹਨੂੰ ਸੱਦਦੇ ਸੀ, ਤੇ ਉਹਦਾ ਦਰਵਾਜ਼ਾ ਲਾ ਕੇ
ਯੂਨੀਵਰਸਿਟੀ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਸੇਮ ਤਰ੍ਹਾਂ ਦੀ ਕੋਠੀ ਬਣੀ ਹੋਈ ਆ, ਇੱਕ ਬਣਿਆ ਹੋਇਆ ਜਿੱਥੇ ਤੁਸੀਂ ਚੁੱਲ੍ਹਾ ਬਣਾਇਆ ਹੋਇਆ, ਇਸ ਤਰ੍ਹਾਂ ਦੀ ਚੀਜ਼ਾਂ ਛੋਟੀ ਇੱਟ ਦੀ ਬਣਾ ਕੇ ਇੱਕ ਰੱਖੀ ਹੋਈ ਆ ਉਹ ਕੋਠੀ। ਉਹਦਾ ਜਿਹੜਾ ਗੇਟ ਆ ਉਹ ਸਾਡੇ ਪਿੰਡੋਂ ਉਹ ਐਲੀਸੋ ਗੇਟ ਤਾਂ ਉੱਥੇ ਬਚ ਗਿਆ। ਮੇਰਾ ਮਤਲਬ ਕਹਿਣ ਦਾ, ਪਰ ਅਸੀਂ ਜੇ ਉਹੀ ਆਪਦੇ ਪਿੰਡ ਦੇ ਵਿੱਚ ਉਹਨੂੰ ਬਚਾ ਕੇ ਰੱਖਦੇ, ਗਵਰਨਮੈਂਟ ਵੱਲੋਂ ਕੋਈ ਗ੍ਰਾਂਟਾਂ ਹੁੰਦੀਆਂ, ਲੋਕੀ ਉਹਨੂੰ ਦੇਖਣੇ ਆਉਂਦੇ, ਸਾਡੇ ਬੱਚੇ ਗਾਹਾਂ ਗ੍ਰੈਂਡ ਚਿਲਡਰਨ ਜਾਂਦੇ ਪਿੰਡ ਜਾ ਕੇ, ਵੀ ਹੈਰੀਟੇਜ ਹੈਗੀ ਆ ਸਾਡੇ ਪਿੰਡ ਦੀ, ਇਹਦੇ ਨਾਲ ਟੂਰਿਜ਼ਮ ਇੱਕ ਪਿੰਡ ਦਾ ਵਾਧਾ। ਇਹ ਸਾਡੇ ਲੋਕਾਂ ਨੂੰ ਰੋਟੀ ਦੇ ਮਸਲੇ ਨਹੀਂ ਪੂਰੇ ਹੋਏ ਹੈਗੇ 70 ਸਾਲਾਂ ਦੇ ਵਿੱਚ, ਅਸੀਂ ਕਿਸ ਤਰ੍ਹਾਂ ਇਹ ਚੀਜ਼ਾਂ ਨੂੰ ਪੂਰੀਆਂ ਕਰ ਲਾਂਗੇ। ਸਰ ਮੈਂ ਗੱਲ ਕਰਨਾ ਚਾਹੁੰਦੀ, ਤੁਹਾਡੀਆਂ ਗੱਲਾਂ ਸੁਣਨ ਤੋਂ ਬਾਅਦ ਚ ਮੈਨੂੰ ਬਹੁਤ ਹੀ ਸਕੂਨ ਜਿਵੇਂ ਮਹਿਸੂਸ ਹੋ ਰਿਹਾ, ਕਿਉਂਕਿ ਜਦੋਂ ਮੈਂ ਇਹ ਸਾਰਾ ਕੁਝ ਉੱਥੇ ਵੇਖਿਆ ਸੀ ਤਾਂ ਮਾਈ ਗॉड ਆਹੀ ਗੱਲਾਂ ਮੇਰੇ ਦਿਮਾਗ 'ਚ ਹੈ ਕਿ ਸਾਡੇ ਭਾਰਤ ਦੇ ਵਿੱਚ ਕਿਉਂ ਇੰਨੀ ਬੇਕਦਰੀ, ਤੇ ਇਹੀ ਲੋਕ ਉੱਥੇ ਰਹਿ ਕੇ ਆਏ ਨੇ, ਜੋ ਕੁਝ ਇੱਥੇ ਇੰਨਾ ਬਣਾ ਗਏ ਨੇ, ਇਹਨਾਂ ਨੇ ਉਹਨਾਂ ਚੀਜ਼ਾਂ ਨੂੰ ਵੀ ਸਾਂਭ ਕੇ ਨਹੀਂ ਰੱਖਿਆ। ਕਾਸ਼ ਇਹ ਜਿਹੜੀਆਂ ਇੰਨੀਆਂ ਐਡਵਾਂਸ ਟੈਕਨੀਕਸ ਇੱਥੇ ਵੀ ਇਹ ਸ਼ੁਰੂ ਕਰ ਦੇਣ ਤਾਂ ਆਪਾਂ ਕਿੰਨਾ ਪ੍ਰੀਜ਼ਰਵ ਕਰਕੇ ਉਹਨਾਂ ਨੂੰ ਰੱਖ ਸਕਦੇ ਹਾਂ, ਆਪਣੇ ਵਿਰਸੇ ਨੂੰ। ਵਿਰਸਾ ਕਹਿੰਦੇ ਨੇ, ਪਰ ਤਕਨੀਕਾਂ ਵਿਦੇਸ਼ਾਂ 'ਚੋਂ ਨਹੀਂ ਸਿੱਖਦੇ। ਸੌਰੀ ਸਰ, ਮੈਂ ਇੱਕ ਹੋਰ ਸਰੋਤੇ ਨੇ ਜੀ, ਆਪਣੇ ਭੈਣ ਜਤਿੰਦਰ ਬੁਆਲ, ਉਹ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਸੀਗੇ, ਉਹਨਾਂ ਦਾ ਫਿਰ ਫੋਨ। ਜੀ ਬਹੁਤ ਬਹੁਤ ਸ਼ੁਕਰੀਆ ਜੀ, ਮੈਂ ਵੀ ਆਪਣੀ ਦਿਲ ਦੀ ਗੱਲ ਕਹੀ ਇਸ ਗੱਲ 'ਚ। ਲੋ ਭੈਣ ਜਤਿੰਦਰ ਜੀ ਕਰੋ ਗੱਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਸਰ, ਸਤਿ ਸ੍ਰੀ ਅਕਾਲ ਭੈਣ ਜੀ। ਤੇ ਬਹੁਤ ਵਧੀਆ ਵਿਸ਼ਾ ਤੁਸੀਂ ਜਿਹੜਾ ਅੱਜ ਚੁੱਕਿਆ ਹੋਇਆ, ਤੇ ਬੜਾ ਮਤਲਬ ਕੁਝ ਸਾਨੂੰ ਵੀ ਸਿੱਖਣ ਨੂੰ ਮਿਲਦਾ। ਤੇ ਸਰ ਜਿਹੜੀ ਤੁਸੀਂ ਗੱਲ ਕਰਦੇ ਸੀ ਸਰਾਂ ਦੀ, ਉਹ ਨੂਰ ਮਹਿਲ ਦੀ ਸਰਾਂ ਜੀ, ਜਿਹਦਾ ਗਾਣਿਆਂ ਦੇ ਨੂਰ ਮਹਿਲ ਦੀ ਸਰਾਂ। ਹਾਂ, ਨੂਰ ਮਹਿਲ ਦੀ ਸਰਾਂ। ਮੈਨੂੰ ਗਾਣਾ ਤਾਂ ਹੀ ਦਿੱਤਾ ਵੀ ਮੁਹਾਵਰਾ ਜਿਹਾ ਵੀ ਦੱਸ ਦਿੰਦੇ ਨੇ ਵੀ ਘਰ ਆ ਕਿ ਤੇਰਾ ਨੂਰ ਮਹਿਲ ਦੀ ਸਰਾਂ। ਹਾਂ, ਉਹਦਾ ਗੇਟ ਸਰ ਨੇ ਕਿਹਾ ਵੀ ਫਤਿਹਗੜ੍ਹ ਸਾਹਿਬ ਤੋਂ ਨਿਸ਼ਾਨੀਆਂ। ਤੁਸੀਂ ਚਮਕੌਰ ਸਾਹਿਬ ਦੀ ਗੜੀ ਦੇਖੋ ਸਰ, ਅੱਜ ਉਹ ਗੜੀ ਨੂੰ ਇਹਨਾਂ ਨੇ ਕੀ ਰੂਪ ਦੇਤਾ, ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਕੀ ਕਹਿਣਗੀਆਂ ਵੀ ਇਹ ਗੜੀ ਤੋਂ ਲੜਨਾ ਕੀ ਔਖਾ ਜੀ। ਉਹ ਸਾਡੇ ਇਤਿਹਾਸ ਤੇ ਸ਼ੰਕਾ ਕਰਨਗੀਆਂ। ਜੇ ਉਹੀ ਉਹ ਜਗ੍ਹਾ ਕਿਤੇ ਉਹਨਾਂ ਨੇ ਅਲੱਗ ਰੱਖੀ ਹੁੰਦੀ ਥੋੜੀ ਬਹੁਤੀ ਉਹਦੀ ਨਿਸ਼ਾਨੀ, ਤੇ ਸਾਨੂੰ ਉਹਨਾਂ ਬੱਚਿਆਂ ਨੂੰ ਦੱਸਣਾ ਨਹੀਂ ਸੀ ਪੈਣਾ ਵੀ ਸਾਡਾ ਗੁਰੂ ਇੱਥੋਂ ਲੜਿਆ ਸੀ। ਬਿਲਕੁਲ ਸਹੀ। ਮੈਂ ਇਹਨਾਂ ਨੂੰ, ਮੈਂ ਕਾਰਸੇ ਵਾਲਿਆਂ ਨੂੰ ਚਿੱਟੀ ਸਿਉਂਕ ਕਹਿੰਦੀ ਹੁੰਦੀ ਹਾਂ, ਸ਼ਰੇਆਮ ਮੈਂ ਕਹਿੰਦੀ ਹਾਂ, ਜੋ ਕਰਨਾ ਜੋ ਕਰ ਲਓ ਤੁਸੀਂ। ਚਿੱਟੀ ਸਿਉਂਕ ਨੇ ਸਾਡੇ ਗੁਰੂਆਂ ਦੀਆਂ ਪੁਰਾਤਨ ਜਿਹੜੀਆਂ ਨਿਸ਼ਾਨੀਆਂ ਸੀ, ਕੀਮਤੀ ਨੇ ਜਿਹੜੀਆਂ, ਉਹ ਤੁਸੀਂ ਮਿਟਾ ਦਿੱਤੀਆਂ, ਜਿਹਦਾ ਸਾਨੂੰ ਬਹੁਤ ਜ਼ਿਆਦਾ ਧੋਖਾ। ਤੁਸੀਂ ਅੱਜ ਬਹੁਤ ਸੋਹਣਾ ਵਿਸ਼ਾ ਚੱਕਿਆ, ਬੜਾ ਵਧੀਆ ਲੱਗ ਰਿਹਾ। ਧੰਨਵਾਦ ਸਾਰਿਆਂ ਦਾ, ਬਹੁਤ ਬਹੁਤ ਸਤਿਕਾਰ ਤੁਹਾਡਾ। ਓਕੇ ਜੀ, ਸ਼ੁਕਰੀਆ। ਨੂਰ ਮਹਿਲ ਦੀ ਸਰਾਂ ਜੀ ਫਿਰ ਹੁਣ ਜਿੱਤੇ ਆ ਗਏ ਜੀ। ਉਹਦੀ ਡੋਰ ਇੱਥੇ ਸਾਡੇ ਇੰਗਲੈਂਡ ਦੇ ਵਿੱਚ, ਉਹ ਫੈਮਿਲੀ ਸਾਡੇ ਗੁਰਦੁਆਰੇ ਸਾਹਿਬ ਸਾਊਥਹਾਲ, ਜਿਹੜਾ ਸਾਡਾ ਸਿੰਘ ਸਭਾ ਗੁਰਦੁਆਰਾ, ਉਹਨਾਂ ਨੂੰ ਦੇ ਕੇ ਗਈ ਸੀ। ਉਹਨਾਂ ਨੇ ਵੀ ਨਹੀਂ ਸਾਂਭੀ ਹੈਗੀ, ਪਤਾ ਨਹੀਂ ਕਿੱਥੇ ਸਾਂਭੀ ਹੋਣੀ ਆ, ਪਤਾ ਨਹੀਂ ਕਿੱਥੇ ਪਈ ਆ, ਮੈਨੂੰ ਨਹੀਂ ਪਤਾ ਉਹਦਾ, ਮੈਂ ਤੁਹਾਨੂੰ ਗਲਤ ਇਨਫੋਰਮੇਸ਼ਨ ਨਹੀਂ ਦੇਣਾ, ਪਰ ਮੈਂ ਦੇਖੀ ਆ ਸਾਊਥਹਾਲ ਗੁਰਦੁਆਰੇ, ਜਿਹੜਾ ਗੁਰਦੁਆਰਾ ਉੱਥੇ ਲੱਗੀ ਹੁੰਦੀ ਸੀ, ਉਹ ਨਵਾਂ ਬਣ ਗਿਆ ਦੂਜੇ ਪਾਸੇ। ਇਹ ਚੀਜ਼ਾਂ ਸਾਨੂੰ ਸਾਂਭਣ ਨਹੀਂ। ਸਾਡੇ ਕੋਲ ਸਾਡੇ ਪਿਤਾ ਜੀ ਨੇ ਆਪਦੇ ਦਾਦੇ ਦੀ ਫੋਟੋ ਸਾਂਭ ਕੇ ਰੱਖੀ ਹੋਈ ਸੀ ਜਦੋਂ ਪੁਲਿਸ ਦੇ ਵਿੱਚ ਸੀ, ਸਾਡੇ ਕੋਲ ਪਈ ਆ। ਸਾਡੇ ਪਿਤਾ ਜੀ ਦੇ 1860 ਦੇ ਗ੍ਰੈਟ ਫਾਦਰ ਦੇ ਸਾਡੇ ਕੋਲ ਤਗਮੇ ਪਏ ਨੇ। ਸਾਡੇ ਕੋਲ ਉਹਨਾਂ ਦੀ ਗਾਗਰ ਪਈ ਆ, ਹਜੂਰਾ ਸਿੰਘ ਦੀ, ਜਦੋਂ ਸੂਬੇਦਾਰ ਰਿਟਾਇਰ ਹੋਏ ਹੋਣਗੇ, ਉਹ ਸਾਡੇ ਕੋਲ ਗਾਗਰ ਪਈ ਆ। ਸਾਡੇ ਕੋਲ ਇੱਕ 2 ਗਾਗਰਾਂ ਸੀ, ਉਹ ਇੱਕ ਚਾਚਾ ਜੀ ਕੋਲ, ਇੱਕ ਸਾਡੇ ਕੋਲ ਸੀ। ਉਹ ਮੈਂ ਪਿੰਡੋਂ ਜਦੋਂ ਮੈਂ ਪਿੰਡ ਗਿਆ ਤਾਂ ਸਾਰੇ ਮਦਰ ਦੀ ਡੈਥ ਹੋ ਗਈ, ਸਾਰੇ ਘਰੇ ਪਈ ਸੀ, ਤੇ ਮੈਂ ਚਾਚੀ ਕੋਲ ਗਿਆ ਤੇ ਚਾਚੀ ਨੂੰ ਮੈਨੂੰ ਮੈਂ ਵਿਆਹ ਕਰਾ ਕੇ ਗਿਆ ਤਾਂ ਮੈਨੂੰ ਚਾਚੀ ਜੀ ਸਾਡੇ ਕਹਿੰਦੀ, ਪੁੱਤ ਤੈਨੂੰ ਮੈਂ ਕੁਛ, ਪਹਿਲੀ ਵਾਰ ਤੂੰ ਵਿਆਹ ਕਰਾ ਕੇ ਆਇਆ, ਤੈਨੂੰ ਮੈਂ ਕੁਛ ਦੇਣਾ। ਮੈਂ ਕਿਹਾ ਚਾਚੀ ਜੀ ਮੇਰੀ ਨਿਗਾਹ ਗਾਗਰ ਤੇ ਆ। ਉਹ ਕਹਿੰਦੀ ਕੀ ਗੱਲ ਹੈ? ਕਹਿੰਦੀ ਇਹਦਾ ਕੀ ਆ, ਤੂੰ ਲੈ ਜਾ ਭਾਈ। ਉਹ ਮੈਨੂੰ ਸੂਟ ਦੇਣਾ ਚਾਹੁੰਦੀ ਸੀ, ਉਹ ਮੈਨੂੰ ਕੁਛ ਪੈਸੇ ਦੇਣਾ ਚਾਹੁੰਦੀ ਸੀ, ਪਰ ਮੈਂ ਕਿਹਾ ਨਹੀਂ, ਮੈਨੂੰ ਗਾਗਰ ਦੇ ਦੇ ਚਾਚੀ, ਮੇਰੇ ਵਾਸਤੇ ਤੂੰ ਬਹੁਤ ਕੁਛ ਦੇ ਦਿੱਤਾ। ਉਹ ਗਾਗਰ ਮੈਂ ਚੱਕ ਕੇ ਆਪਦੇ ਇੱਥੇ ਲੈ ਕੇ ਆਇਆ, ਸਾਡੇ ਘਰੇ ਰੱਖੀ ਹੋਈ ਆ। ਉਹ ਗਾਗਰ ਦੇ ਉੱਤੇ ਜਦੋਂ ਵੀ ਸਾਡੇ ਘਰੇ ਵਿਆਹ ਹੁੰਦਾ ਬੱਚਿਆਂ ਦਾ ਵਿਆਹ ਹੋਇਆ, ਅਸੀਂ ਉਹਦੇ ਆਲੇ ਦੁਆਲੇ ਦੀਵੇ ਲਾ ਕੇ ਜਾਗੋ ਕੱਢਦੇ ਕੱਢੀ ਆ। ਉਹਦੇ ਉੱਤੇ ਲਿਖਿਆ ਹੋਇਆ ਹੱਥ ਦੇ ਨਾਲ 1864 ਸੂਬੇ ਦਾ ਹਜੂਰਾ ਸਿੰਘ ਰਿਟਾਇਰ ਹੋਏ ਸੀ, ਜਦੋਂ ਉਹਨਾਂ ਨੂੰ ਗਾਗਰ ਦਿੱਤੀ ਹੋਣੀ ਆ।
ਇਹ ਚੀਜ਼ਾਂ ਅਸੀਂ ਸਾਂਭ ਕੇ ਰੱਖ ਲਈਆਂ ਨੇ। ਤੇ ਇਸੇ ਤਰ੍ਹਾਂ ਸਾਡੇ ਪਿਤਾ ਜੀ ਨੇ ਸਾਂਭ ਕੇ ਰੱਖੀਆਂ ਸੀ, ਅਸੀਂ ਉਹਨਾਂ ਦੀ ਚੀਜ਼ਾਂ ਸਾਂਭ ਕੇ ਰੱਖ ਲਈਆਂ। ਮੇਰੇ ਪਿਤਾ ਜੀ 1939 ਦੇ ਵਿੱਚ 40 ਦੇ ਵਿੱਚ ਸਿੰਗਾਪੁਰ ਸੀ, ਉੱਥੇ ਜਦੋਂ ਜੈਪਨੀਜ਼ ਟਾਈਮ ਨੇ ਉਹਨਾਂ ਦਾ ਸ਼ਿਪ ਡੁਬੋ ਦਿੱਤਾ, ਉਹ ਫੋਟੋਆਂ ਸਾਡੇ ਕੋਲ ਸਾਂਭ ਕੇ ਰੱਖੀਆਂ ਹੋਈਆਂ ਨੇ। ਮੇਰੇ ਪਿਤਾ ਜੀ ਨੇ ਉਹ ਫੋਟੋ ਰੱਖੀਆਂ ਹੋਈਆਂ। ਇਹ ਹਿਸਟਰੀ ਤੁਹਾਨੂੰ ਆਪ ਨੂੰ ਹੋਣਾ ਚਾਹੀਦਾ। ਅਸੀਂ ਪਿਤਾ ਜੀ ਦੀ ਜਿਹੜੀ ਪੱਗ ਆ ਉਹ ਵੀ ਰੱਖੀ ਹੋਈ ਹੈ, ਜੋ ਪੁਲਿਸ ਦੇ ਵਿੱਚ ਹੁੰਦੇ ਸੀ। ਅਸੀਂ ਤਾਂ ਪਿੰਡਾਂ ਦੇ ਵਿੱਚ ਮੈਨੂੰ ਚੇਤੇ ਆ ਕਿ ਕਿਉਂ ਉਹ ਵੇਚ ਦਿੰਦੇ ਸੀ, ਉਹਨਾਂ ਨੂੰ ਪੈਸੇ ਦੀ ਲੋੜ ਹੁੰਦੀ ਸੀ, ਰੋਟੀ ਦਾ ਮਸਲਾ ਨਹੀਂ ਸਾਡਾ ਹੱਲ ਪੂਰਾ ਹੁੰਦਾ। ਤੇ ਰੋਟੀ ਦੇ ਮਸਲੇ ਨਾਲ ਅਸੀਂ ਜਿਹੜਾ ਸਾਡਾ ਸਾਰਾ ਹੈਰੀਟੇਜ ਆ ਅਸੀਂ ਉਹਨੂੰ ਵਿਕਾ ਰਹੇ ਹਾਂ। ਕਰਪਟ ਪੋਲੀਟੀਸ਼ੀਅਨਾਂ ਦੇ ਕਰਕੇ ਉਹ ਪੈਸਾ ਬਣਾਉਣਾ ਚਾਹੁੰਦੇ ਨੇ। ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿਉਂ ਅਸੀਂ ਜਿਹੜਾ ਸਾਡਾ ਐਜੂਕੇਸ਼ਨ ਮਿਨਿਸਟਰ ਬਣਾਇਆ ਹੁੰਦਾ, ਉਹ ਬਣਾਇਆ ਤਾਂ ਅਨਪੜ੍ਹ ਜਿਹੜਾ ਚੋਰ ਹੁੰਦਾ ਉਹਨੂੰ ਬਣਾ ਦਿੱਤਾ। ਹਿਸਟੋਰੀਕਲ ਜਿਹਨੇ ਚੀਜ਼ਾਂ ਸਾਂਭ ਕੇ ਰੱਖਣੀਆਂ ਨੇ ਉਹਨੇ ਕਦੇ ਆਪਦਾ ਘਰ ਨਹੀਂ ਬਣਾਇਆ ਹੁੰਦਾ, ਉਹਨੂੰ ਇਹ ਨਹੀਂ ਪਤਾ ਮੈਂ ਘਰ ਕਿਸ ਹਿਸਾਬ ਦਾ ਰੱਖਣਾ। ਇਹ ਮਹਿਕਮੇ ਤਾਂ ਸਾਰੇ ਹੈਗੇ ਨੇ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਹੈਗੇ ਨੇ, ਪਰ ਜੇ ਤੁਸੀਂ ਐਜੂਕੇਸ਼ਨ ਮਿਨਿਸਟਰ ਹੀ ਅਨਪੜ੍ਹ ਨੂੰ ਬਣਾ ਦਵੋ, ਇੱਕ ਨਾਮ ਨਹੀਂ ਹੁਣ ਲੈ ਵੀ ਦੇਵਾਂ ਤਾਂ ਮੈਨੂੰ ਪਤਾ ਹੀ ਆ, ਤੋਤਾ ਸਾਡਾ ਐਜੂਕੇਸ਼ਨ ਮਿਨਿਸਟਰ ਬਣਿਆ ਹੁੰਦਾ ਸੀ, ਅਨਪੜ੍ਹ ਬੰਦਾ ਸਾਰਿਆਂ ਨਾਲੋਂ ਜ਼ਿਆਦਾ। ਇਹ ਬੰਦਿਆਂ ਨੂੰ ਤੁਸੀਂ ਮਿਨਿਸਟਰ ਬਣਾ ਕੇ ਰੱਖਿਆ, ਹੁਣ ਫੇਰ ਇਲੈਕਸ਼ਨ ਲੜ ਰਿਹਾ ਸੀ। ਇਹ ਤੁਸੀਂ ਕੀ ਭਾਲਦੇ ਇਹਨਾਂ ਤੋਂ? ਤੁਹਾਡੇ ਬੱਚਿਆਂ ਨੇ ਫਿਰ ਆਈਲੈਟ ਕਰਕੇ ਬਾਹਰ ਹੀ ਨੱਠਣਾ। ਮਾਫ ਕਰਨਾ ਮੈਨੂੰ, ਮੈਂ ਜਾਣਦਾ, ਮੈਂ ਮਿਲਿਆ ਵੀ ਆ। ਇਹ ਚੀਜ਼ਾਂ ਦਾ ਤੁਸੀਂ ਸਾਡਾ ਆਪਣਾ ਮਿਨਿਸਟਰ ਬਣਿਆ ਇੱਥੋਂ ਦਾ, ਜਿਹੜਾ ਮੈਡੀਕਲ ਦਾ ਮਿਨਿਸਟਰ ਬਣਿਆ, ਡਾਕਟਰੀ ਦਾ ਮਿਨਿਸਟਰ ਬਣਿਆ ਹੋਇਆ, ਜਾਂ ਐਥਲੈਟਿਕ ਦਾ ਮਿਨਿਸਟਰ ਬਣਿਆ ਹੋਇਆ ਸੀ, ਉਹ ਬੰਦੇ ਐਥਲੈਟਿਕ ਚੋਂ ਆਏ ਨੇ। ਉਹਨਾਂ ਨੇ ਜਾ ਕੇ ਆਪਣੇ ਓਲੰਪਿਕ ਦੇ ਵਿੱਚ 골ਡ ਮੈਡਲ ਲਏ ਨੇ। ਜੇ ਕੋਈ ਮੈਡੀਕਲ ਦਾ ਹੈਲਥ ਮਿਨਿਸਟਰ ਬਣਿਆ, ਉਹ ਮੈਡੀਕਲ ਲਾਈਨ ਦੇ ਵਿੱਚੋਂ ਆਇਆ ਹੋਇਆ। ਜੇ ਐਜੂਕੇਸ਼ਨ ਮਿਨਿਸਟਰ ਬਣਿਆ, ਉਹ ਐਜੂਕੇਸ਼ਨ ਸਾਈਡ ਤੋਂ ਆਇਆ ਹੋਇਆ। ਤੇ ਜੇ ਕੋਈ ਬੋਰਡ ਦੀ ਜਾ ਕੇ ਲੜਾਈ ਦੀ ਦਿੰਦਾ ਵਾ, ਪ੍ਰਾਈਮ ਮਿਨਿਸਟਰ ਨੂੰ ਉਹਦੀ ਮਦਦ ਕਰਦਾ, ਉਹਨੂੰ ਸਲਾਹ ਦਿੰਦਾ, ਉਹ ਬੋਰਡ ਦੇ ਵਿੱਚੋਂ ਆਇਆ ਹੋਇਆ। ਉਹ ਇਹ ਨਹੀਂ ਕਿ ਜੀ ਚਰਨਜੀਤ ਸਿੰਘ ਨੂੰ ਬਣਾਤਾ ਹੈਲਥ ਮਿਨਿਸਟਰ, ਤੇ ਚਰਨਜੀਤ ਸਿੰਘ ਨੂੰ ਤਾਂ ਆਪਦੀ ਸਿਹਤ ਦਾ ਨਹੀਂ ਪਤਾ ਹੈਗਾ ਵੀ ਉਹਨੂੰ ਕਿੰਨੀ ਸ਼ੂਗਰ ਹੋਈ ਆ। ਇਹ ਚੀਜ਼ਾਂ ਸਾਨੂੰ, ਜਿੰਨਾ ਚਿਰ ਅਸੀਂ ਇਹ ਚੀਜ਼ਾਂ ਸੋਚ ਕੇ ਅਸੀਂ ਇਹ ਚੀਜ਼ਾਂ ਨੂੰ ਚੇਂਜ ਨਹੀਂ ਕਰਦੇ ਹੈਗੇ, ਉਨਾ ਚਿਰ ਸਾਡੇ ਦੇਸ਼ ਦਾ ਹੈਰੀਟੇਜ, ਸਾਡੇ ਪੰਜਾਬ ਦਾ, ਸਾਡੇ ਘਰਾਂ ਦਾ ਤਰੱਕੀ ਨਹੀਂ। ਬਿਲਕੁਲ ਠੀਕ ਕਹਿ ਰਹੇ ਹੋ ਭਾਜੀ ਤੁਸੀਂ। ਬਹੁਤ ਹੀ ਕੀਮਤੀ ਗੱਲਾਂ ਨੇ ਤੁਹਾਡੀਆਂ, ਬਹੁਤ ਹੀ ਅਣਮੁੱਲੀਆਂ ਗੱਲਾਂ ਨੇ ਇਹ ਜੋ ਤੁਸੀਂ ਗੱਲਾਂ ਸਾਨੂੰ ਦੱਸ ਰਹੇ ਹੋ। ਬਹੁਤ, ਮੈਂ ਤਾਂ ਤੁਹਾਡੀਆਂ ਗੱਲਾਂ ਸੁਣਦੇ ਹੀ ਵਿੱਚ ਇੰਨੀ ਮਸਤ ਹੋ ਗਈ ਕਿ ਧਿਆਨ ਹੀ ਨਹੀਂ ਰਿਹਾ ਕਿ ਆਪਾਂ ਕਿੱਥੇ ਬੈਠੇ ਆ। ਮੈਨੂੰ ਲੱਗ ਰਿਹਾ ਸੀ ਆਪਾਂ ਡਾਇਰੈਕਟ ਆਪਾਂ ਹੀ ਗੱਲਾਂ ਕਰ ਰਹੇ ਆ, ਪਤਾ ਹੀ ਨਹੀਂ ਰਿਹਾ ਕਿ ਨਾਲ ਸਰੋਤੇ ਵੀ ਹੈਗੇ ਨੇ। ਤੋ ਮੈਂ ਇੰਨੀ ਕੁ ਜ਼ਿਆਦਾ ਧਿਆਨ ਨਾਲ ਗੱਲਾਂ ਸੁਣ ਰਹੀ ਸੀ। ਤੇ ਵਾਕਈ ਤੁਹਾਡੀ ਗੱਲ ਜਿਹੜੀ ਹੈਗੀ ਆ, ਇੱਕ ਗੱਲ ਤੁਹਾਡੀ ਬਹੁਤ ਮੁੱਲਿਆ ਹੈਗੀ ਆ। ਕਾਸ਼ ਸਾਡੇ ਦੇਸ਼ ਦੇ ਲੋਕਾਂ ਨੂੰ ਇਸ ਗੱਲ ਦੀ ਸਮਝ ਆ ਜਾਵੇ, ਸੁਣਨ ਵਾਲਿਆਂ ਨੂੰ, ਜਿੱਥੋਂ ਤੱਕ ਵੀ ਆਵਾਜ਼ ਜਾਂਦੀ ਹੈ ਸਾਡੀ, ਉਹਨਾਂ ਲੋਕਾਂ ਨੂੰ, ਸਾਡੀ ਸਿਆਸਤਦਾਨਾਂ ਨੂੰ ਇਹਨਾਂ ਚੀਜ਼ਾਂ ਦੀ ਸਮਝ ਆ ਜਾਵੇ ਕਿ ਆਪਣੇ ਵਿਰਸੇ ਨੂੰ ਅਸੀਂ ਕਿਵੇਂ ਸਾਂਭ ਕੇ ਰੱਖਣਾ ਹੈ, ਕਿਸ ਤਰ੍ਹਾਂ ਸੱਭਿਆਚਾਰ ਨੂੰ। ਅਸੀਂ ਰੌਲੇ ਤਾਂ ਬੜੇ ਪਾਉਂਦੇ ਹਾਂ, ਸੱਭਿਆਚਾਰ, ਵਿਰਸਾ। ਅਸੀਂ ਵਿਰਸੇ ਦੀ ਸੇਵਾ ਕਰ ਰਹੇ ਹਾਂ। ਅਸੀਂ ਸੱਭਿਆਚਾਰ ਦੇ ਬੜੇ ਹੀ, ਮੈਂ ਕਹਿੰਦੀ ਇੱਕ ਇੱਟ ਦੇ ਉੱਤੇ, ਅੱਗੇ ਕਹਿੰਦੇ ਹੁੰਦੇ ਸੀ ਇੱਟ ਚੱਕੋ ਗਾਇਕ ਮਿਲਦਾ, ਇੱਟ ਚੱਕੋ ਕਲਾਕਾਰ ਮਿਲਦੇ ਨੇ, ਇੱਟ ਚੱਕੋ। ਹੁਣ ਤਾਂ ਇੱਕ ਇੱਟ ਦੇ ਉੱਤੇ ਹੀ 50 ਜਾਣੇ ਬੈਠੇ ਨੇ, ਵਿਰਸੇ ਦੇ ਪਾਲਕ, ਸੱਭਿਆਚਾਰ ਨੂੰ ਪਾਲਣ ਵਾਲੇ, ਤੇ ਪਤਾ ਨਹੀਂ ਕੀ, ਪਰ ਰਿਜ਼ਲਟ ਜ਼ੀਰੋ। ਰਿਜ਼ਲਟ ਆਪਣੇ ਸਾਹਮਣੇ ਆ। ਅਸੀਂ ਜਿਹੜਾ ਅਸੀਂ ਆਪਦਾ ਵਿਰਸਾ, ਅਸੀਂ ਉਹਦੀ ਚੀਜ਼ ਕੋਈ ਸਾਂਭ ਕੇ ਨਹੀਂ ਰੱਖੀ ਹੈਗੀ। ਅਸੀਂ ਕੱਲੀ ਗਾਉਣ ਦੇ ਨਾਲ ਨਹੀਂ, ਕੱਲੀ ਲਿਖਣ ਦੇ ਨਾਲ ਨਹੀਂ, ਉਹਦਾ ਜੇ ਹੁਣ ਟੋਡਰ ਮੱਲ ਦੀ ਉਹ ਬਿਲਡਿੰਗ ਖੜੀ ਆ, ਉਹ ਕਿਉਂ ਨਹੀਂ ਉਹ ਸਾਡੇ ਜਿਹੜੇ ਹੈਗੇ ਨੇ ਅਕਾਲੀ ਦਲ ਵਾਲੇ ਜਾਂ ਸਿੱਖ ਹਿਸਟੋਰੀਅਨ ਨੇ ਜਾਂ ਆਪਣੇ ਜੋ ਵੀ ਸੰਸਥਾ ਹੈਗੀਆਂ ਨੇ, ਉਹਨਾਂ ਨੂੰ ਚਾਹੀਦਾ ਕਿ ਉਹਦਾ ਰੀਪਰੋਡਕਸ਼ਨ ਕਰਕੇ ਉੱਥੇ ਮਾਡਲ ਰੱਖਣ, ਉਹਦੀਆਂ ਡਰਾਇੰਗਸ ਰੱਖਣ, ਉੱਥੇ ਇੱਕ ਤਰ੍ਹਾਂ ਦਾ ਟੈਲੀਵਿਜ਼ਨ ਮੰਗੂ, ਉਹਦੇ ਤੇ ਵੀਡੀਓ ਉਹਦਾ ਬਣ, ਉਸ ਤਰ੍ਹਾਂ ਦਾ ਬਣ ਸਕਦਾ। ਜੇ ਇਹ ਨਹੀਂ ਬਣਾ ਸਕਦੇ, ਅਸੀਂ ਬਣਾ ਦਿੰਦੇ ਆ, ਬਾਹਰੋਂ ਟੈਕਨੋਲੋਜੀ ਲੈ ਆਉਂਦੇ ਆ। ਪਰ ਨਾ ਜੀ ਨਾ, ਅਸੀਂ ਨਾ ਖੇਡਣਾ ਨਾ ਖੇਡਣ ਦੇਣਾ। ਲਿਆ ਕਿਹੜੀ ਗੱਲ ਕਹਿਤੀ ਤੁਸੀਂ, ਬਣਾ ਦਿੰਦੇ ਹੋ। ਇਹ ਸਾਨੂੰ ਫਿਰ ਕਿਉਂ ਨਹੀਂ ਸਾਡੇ ਬਣ ਮੂੰਹ ਦੇ ਉੱਤੇ ਧੱਬਾ ਨਹੀਂ ਹੈਗਾ। ਅੱਜ ਕੱਲ
ਅੱਜ ਕੱਲ ਇਹ ਜੀ ਸਾਡੇ ਕੋਲ ਪਈ ਆ ਟੈਕਨੋਲੋਜੀ ਹੈਗੀ ਆ। ਜੇ ਤੁਸੀਂ ਸੈਟੇਲਾਈਟ ਦੇ ਨਾਲ ਧਰਤੀ ਨੂੰ ਸਕੈਨ ਕਰ ਲਵੋ, ਜਿਹੜੀਆਂ 1000 2000 5000 10,000 ਸਾਲ ਪੁਰਾਣੀਆਂ ਥੱਲੇ ਨਿਉਹਾਂ ਭਰ ਜਾਂਦੀਆਂ ਨੇ, ਉਹਨਾਂ ਦੀ ਡਰਾਇੰਗ ਅੱਜ ਵੀ ਅਸੀਂ ਕੱਢ ਸਕਦੇ ਹਾਂ ਥੱਲੇ। ਇਹ ਲੋਕੀ ਇਸ ਤਰ੍ਹਾਂ ਹੀ ਕਰਦੇ ਨੇ, ਉਹ ਸਕੈਨ ਕਰਦੇ ਨੇ ਧਰਤੀ ਨੂੰ, ਫਿਰ ਉਹਨੂੰ ਪਤਾ ਲੱਗ ਜਾਂਦਾ ਵੀ ਇੱਥੇ ਕਿਹੋ ਜਿਹੀਆਂ ਨਿਉਆਂ ਸੀ, ਕਿਹੋ ਜਿਹੀਆਂ ਚੀਜ਼ਾਂ ਸੀ। ਉਹਦੀ ਚੀਜ਼ ਕੱਲੀ ਨੂੰ ਪਿਕਅਪ ਕਰਦੇ ਨੇ, ਪਿਕਅਪ ਕਰਕੇ ਉਹ ਚੀਜ਼ ਨੂੰ ਰੀਪਰੋਡਕਸ਼ਨ ਕਰਦੇ ਨੇ, ਰੀਪਰੋਡਕਸ਼ਨ ਕਰਕੇ ਲੋਕਾਂ 'ਚ ਦਿਖਾਉਂਦੇ ਨੇ। ਇਹਨੂੰ ਪ੍ਰੀਜ਼ਰਵ ਕਰਨਾ ਕਹਿੰਦੇ ਨੇ। ਅੱਜ ਤੁਸੀਂ ਜਾ ਕੇ ਦੇਖੋ ਜਿਹੜਾ ਇਹਨਾਂ ਨੇ ਸਾਡਾ ਪਾਰਲੀਮੈਂਟ ਹਾਊਸ ਵੀ ਜਿਹੜਾ ਬਣਿਆ ਹੋਇਆ ਕਿੰਨੇ 100 ਸਾਲ ਪੁਰਾਣਾ ਵਾ, ਅੱਜ ਵੀ ਉਹਨੂੰ ਅਸੀਂ ਯੂਜ਼ ਕਰ ਰਹੇ ਹਾਂ। ਉਹਦੇ ਵਿੱਚ ਜਾ ਕੇ ਦੇਖੋ, ਉਹ ਮੂਹਰੇ ਪੁਰਾਣਾ ਲੱਗਦਾ ਪਰ ਵਿੱਚ ਉਹਦਾ ਸਾਰਾ ਨਵਾਂ ਵਾ ਪਿਛਲੇ ਪਾਸੇ। ਉਹ ਪਰ ਜਿਹੜਾ ਟੂਰਿਸਟ ਬਾਹਰੋਂ ਆਉਂਦਾ, ਮੂਹਰੋਂ ਦੇਖਦਾ ਵੀ ਵੇਖੋ ਕਿੰਨਾ ਹੈਗਾ ਪੁਰਾਣਾ, ਤੇ ਜਿੱਥੇ ਉਹ ਬੈਠਦੇ ਨੇ ਉਹ ਪੁਰਾਣਾ ਵਾ ਕਿ ਟੈਲੀਵਿਜ਼ਨ, ਪਰ ਵਿੱਚ ਉਹਦੇ ਸਾਰੇ ਨਿਊ ਟੈਕਨੋਲੋਜੀ, ਨਿਊ ਚੀਜ਼ਾਂ ਬਣਾਈਆਂ ਹੋਈਆਂ ਨੇ। ਅੰਦਰ ਉਹਦੇ ਤੁਸੀਂ ਰੈਂਟ ਵੀ ਕਰ ਸਕਦੇ। ਜਿਹੜਾ ਸਾਡਾ ਪਾਰਲੀਮੈਂਟ ਹਾਊਸ ਆ, ਉਹਦੇ ਪਿੱਛੇ ਬਾਰ ਬਣੇ ਹੋਏ ਨੇ, ਰੈਸਟੋਰੈਂਟ ਬਣੇ ਹੋਏ ਨੇ। ਤੁਸੀਂ ਛੋਟੀ ਪਾਰਟੀ ਕਰਨੀ ਆ, ਤੁਸੀਂ ਰੈਂਟ ਤੇ ਲੈ ਲਓ। ਉਹਨੂੰ ਚਲਾਉਣ ਵਾਸਤੇ ਸਿਸਟਮ ਨੂੰ, ਉਹਨੂੰ ਪੈਸੇ ਵੀ ਚਾਹੀਦੇ ਨੇ ਨਾ। ਲੋਕੀ ਜਾ ਕੇ ਉੱਥੇ ਪਾਰਟੀ ਵੀ ਕਰ ਸਕਦੇ ਨੇ ਪਿਛਲੇ ਪਾਸੇ। ਉਹਦੇ 'ਚ ਤੁਸੀਂ ਛੋਟਾ ਮੋਟਾ ਵਿਆਹ ਵੀ ਕਰ ਸਕਦੇ ਹੋ। ਮੇਰਾ ਮਤਲਬ ਕਹਿਣ ਦਾ ਕਿ ਪੈਸੇ ਤੋਂ ਬਗੈਰ ਤਾਂ ਕੋਈ ਗੱਲ ਨਹੀਂ ਬਣਦੀ ਹੈਗੀ। ਤੇ ਪੈਸਾ ਤਾਂ ਜ਼ਰੂਰ ਚਾਹੀਦਾ। ਫਿਰ ਲੋਕੀ ਉੱਥੇ ਆ ਕੇ ਦੇਖਦੇ ਨੇ, ਲੋਕੀ ਸ਼ੇਅਰ ਕਰਦੇ ਨੇ, ਟੂਰਿਸਟ ਆਉਂਦੇ, ਯਾਨੀ ਕਿ ਐਂਡਲੈਸ ਇਨਕਮ ਆ ਤੇ ਥੋੜੀ ਹਿਸਟਰੀ ਬਚੀ ਰਹਿੰਦੀ ਆ। ਜਿਹੜਾ ਇਹਨਾਂ ਨੇ ਸਾਡਾ ਕਲੌਕ ਬਣਾਇਆ ਹੋਇਆ, ਤੁਸੀਂ ਘੰਟਾ ਘਰ ਕਹਿ ਦਿੰਦੇ ਹੋ, ਜਿਹੜਾ ਸਾਡਾ ਪਾਰਲੀਮੈਂਟ ਹਾਊਸ ਦੇ ਨਾਲ ਪੁਰਾਣਾ ਕਿੰਨੇ 100 ਸਾਲ ਪੁਰਾਣਾ ਬਣਿਆ ਹੋਇਆ, ਉਹ ਅੱਜ ਵੀ ਉਹਨੂੰ ਉਸ ਤਰ੍ਹਾਂ ਹੀ ਚਲਾ ਰਹੇ ਨੇ। ਉਹ 'ਚ ਟਾਈਮ ਦਾ ਚੇਂਜ ਹੁੰਦਾ ਪਰ ਉਹਨੂੰ ਪਤਾ ਨਹੀਂ ਕਰਨ ਦਿੰਦੇ, ਉਹਦਾ ਪਤਾ ਨਹੀਂ ਲੱਗਣ ਦਿੰਦੇ ਉਹਨੂੰ ਸਫਾਈ ਕਦੋਂ ਕਰਦੇ ਨੇ। ਠੀਕ ਹੈ, ਇੰਨਾ ਉਹਦਾ ਇਹ ਚੀਜ਼ਾਂ ਪ੍ਰੀਜ਼ਰਵ ਕਰਕੇ ਰੱਖੀਆਂ ਹੋਈਆਂ ਨੇ। ਤੇ ਲੋਕੀ, ਹਜ਼ਾਰਾਂ ਲੋਕੀ ਉਹਨੂੰ ਅੱਜ ਦੇਖਿਆ ਹੋਣਾ ਵੀਡੀਓ ਤੇ, ਫੋਟੋਆਂ ਖਿੱਚ ਕੇ ਉੱਥੇ ਪਾਉਂਦੇ ਨੇ। ਟੂਰਿਸਟ ਆਉਂਦਾ, ਅਸੀਂ ਤਾਂ ਲਾਲ ਕਿਲੇ ਨੂੰ ਢਾਉਣ ਲੱਗੇ ਹੋਏ ਆ ਜੀ ਮੁਸਲਮਾਨਾਂ ਦਾ। ਉਸ ਦਾ ਮੁਸਲਮਾਨਾਂ ਦਾ ਹੋਇਆ, ਕਿਸੇ ਦਾ ਹੋਇਆ, ਉਹ ਪਾਰਟ ਆਫ ਦਾ ਫਰਨੀਚਰ ਆ ਸਾਡਾ ਪਾਰਟ ਆਫ ਦਾ ਹਿਸਟਰੀ ਆ ਸਾਡਾ। ਉਹਨੂੰ ਤੁਸੀਂ ਡਿਨਾਈ ਨਹੀਂ ਕਰ ਸਕਦੇ ਹੈਗੇ। ਜੇ ਅਬਦਾਲੀ ਨੇ 14 ਹਮਲੇ ਕੀਤੇ ਸਾਡੇ ਦੇ ਉੱਤੇ, ਜੇ ਉਹ ਚੀਜ਼ ਕੋਈ ਬਣਾ ਕੇ ਛੱਡ ਕੇ ਗਿਆ, ਸਾਡਾ ਫਰਜ਼ ਬਣਦਾ ਉਹਨੂੰ ਸਾਂਭ ਕੇ ਰੱਖਣ ਦਾ ਤੇ ਲੋਕਾਂ ਨੂੰ ਹਿਸਟਰੀ ਦੱਸਣ ਦਾ, ਕਿ ਨਾ ਕਿ ਅਸੀਂ ਉਹਨੂੰ ਢਾ ਦਈਏ। ਨਹੀਂ, ਅਸੀਂ ਵੀਕ ਸੀ, ਉਹਨੇ ਹਮਲੇ ਅਸੀਂ ਕਰਵਾਏ, ਸਾਡੇ 'ਚ ਵੀਕਨੈਸ ਸੀ। ਪਰ ਜੇ ਉਹ ਚੀਜ਼ ਛੱਡ ਕੇ ਗਿਆ ਕੋਈ, ਉਹਨੂੰ ਸੰਭਾਲ ਕੇ ਰੱਖਣੀ ਚਾਹੀਦੀ ਆ ਕਿ ਲੋਕਾਂ ਨੂੰ ਹਿਸਟਰੀ ਦਾ ਪਤਾ ਲੱਗੇ ਤੇ ਆਉਣ ਵਾਲੀ ਜਨਰੇਸ਼ਨ ਸਾਡੀ ਸਟਰੋਂਗ ਹੋਵੇ, ਕਿ ਅਬਦਾਲੀ ਵਾਂਗੂ ਬਾਹਰੋਂ ਕੋਈ ਹਮਲਾ ਨਾ ਕਰ ਸਕੇ। ਅਸੀਂ ਸਟਰੋਂਗ ਬਣੀਏ, ਨਾ ਕਿ ਅਸੀਂ ਢਾ ਦਿੱਤਾ ਤੇ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਤੇ ਫਿਰ ਅਬਦਾਲੀ ਬਾਹਰ ਬਣ ਜਾਏ ਤੇ ਫਿਰ ਅਟੈਕ ਕਰ ਦੇਵੇ। ਇਹ ਸਾਡਾ ਉਨਾ ਚਿਰ ਨਹੀਂ ਹੋ ਸਕਦਾ। ਗੱਲ ਉੱਥੇ ਹੀ ਆ ਜਾਂਦੀ ਆ, ਜਿੰਨਾ ਚਿਰ ਸਾਡਾ ਜਿਹੜਾ ਸਿਸਟਮ ਆ ਪੜ੍ਹਿਆ ਲਿਖਿਆ ਨਹੀਂ ਬਣ ਸਕਦਾ ਹੈਗਾ। ਪੜ੍ਹੇ ਲਿਖੇ ਦੇ ਨਾਲ ਲੋਕਾਂ ਨੂੰ ਸੂਝ ਆਉਂਦੀ ਆ, ਲੋਕੀ ਬਾਹਰ ਆ ਕੇ ਤਾਂ ਸਾਡੇ ਬੰਦੇ ਆਉਂਦੇ ਨੇ, ਉਹ ਯਾਰ ਤੁਹਾਡੇ ਆ ਬੜੀ ਸੋਹਣੀ ਚੀਜ਼ ਆ, ਤੁਹਾਡੀ ਬੜੀ ਸੋਹਣੀ ਚੀਜ਼ ਆ, ਉਹ ਤੁਸੀਂ ਵੀ ਕਰ ਸਕਦੇ ਹੋ ਯਾਰ। ਜਿੰਨੇ ਵੀ ਸਾਡੇ ਆਉਂਦੇ ਨੇ, ਮੈਂ ਇੱਕ ਵਾਰ ਯੂਰਪ ਦੇ ਵਿੱਚ ਗਿਆ ਹੋਇਆ, ਕਈ ਸਾਲਾਂ ਦੀ ਗੱਲ ਆ, ਤੇ ਮੈਂ ਇਕੱਲਾ ਹੀ ਬੈਠਾ ਬਾਰ ਦੇ ਮੂਹਰੇ। ਮੈਂ ਤੁਹਾਨੂੰ ਅਸਲੀਅਤ ਗੱਲ ਦੱਸਦਾ ਕਿ ਉੱਥੇ ਪਰੇ 2 ਸਰਦਾਰ ਤੁਰੇ ਆਉਣ ਫੈਮਿਲੀ ਦੇ ਨਾਲ। ਮੈਂ ਕਿਹਾ ਆਪਣੇ ਬੰਦੇ ਲੱਗਦੇ। ਮੇਰੀ ਆਦਤ ਆ, ਤੁਹਾਨੂੰ ਪਹਿਲਾਂ ਵੀ ਦੱਸਿਆ, ਮੈਂ ਆ ਕੇ ਸਤਿ ਸ਼੍ਰੀ ਅਕਾਲ ਬੁਲਾਉਣਾ ਹੁੰਦਾ। ਮੈਂ ਕਿਹਾ ਸਤਿ ਸ਼੍ਰੀ ਅਕਾਲ ਜੀ, ਤੇ ਤੁਸੀਂ ਕਿੱਥੋਂ ਆਏ? ਨਹੀਂ, ਮੈਂ ਕਿਹਾ ਜੀ ਮੈਂ ਇੰਗਲੈਂਡ ਰਹਿਣਾ, ਪਰ ਮੈਂ ਇੱਥੇ ਆਇਆ ਸੀ 2-4 ਦਿਨਾਂ ਵਾਸਤੇ। ਤੇ 3-4 ਸਾਲਾਂ ਦੀ ਗੱਲ ਆ, 5 ਸਾਲਾਂ ਦੀ ਗੱਲ। ਤੇ ਉਹਨਾਂ ਨੇ ਜੀ ਆਪਣੇ ਆਪ ਨੂੰ ਮੈਨੂੰ ਬੜਾ ਮਿਲਾਇਆ ਜੀ। ਇਹ ਕਾਂਗਰਸ ਦਾ ਲੀਡਰ ਸੀ, ਇਹਨਾਂ ਨੇ 2 ਵਾਰ ਇਲੈਕਸ਼ਨ ਜਿੱਤੀ ਜੀ, ਬਹੁਤ ਵਧੀਆ। ਪੰਗਾ ਪੈ ਗਿਆ ਪੁੱਠੇ ਬੰਦੇ ਨਾਲ। ਮੈਂ ਵੀ ਸਤਿ ਸ਼੍ਰੀ ਅਕਾਲ ਬੁਲਾਈ। ਮੈਂ ਕਿਹਾ ਆਓ ਬੈਠੋ ਜੀ। ਮੈਂ ਕਿਹਾ ਯਾਰ ਉਦੋਂ ਰਾਜਾ ਬਣਿਆ ਹੀ ਸੀ। ਮੈਂ ਕਿਹਾ ਤੁਸੀਂ ਭਾਈ ਕਾਂਗਰਸ ਦੇ ਬੰਦੇ ਹੋ, ਰਾਜਾ ਤੁਹਾਡਾ ਹੁਣ ਚੀਫ ਮਿਨਿਸਟਰ ਬਣਿਆ ਹੈ ਪੰਜਾਬ ਦਾ, ਉਹਨੂੰ ਕਿਹਾ ਕੋਈ ਚੰਗੇ ਕੰਮ ਤਾਂ ਕਰ ਲਵੇ ਯਾਰ। ਉਹ ਨਹੀਂ ਜੀ, ਫਿਰ ਆਪਾਂ ਗੱਲ ਕਰਾਂਗੇ। ਤਾਂ ਮੈਂ ਕਿਹਾ 50-50 ਕਿੱਲਿਆਂ ਵਾਲੇ ਜ਼ਮੀਨ ਵੇਚ ਕੇ ਜਵਾਕਾਂ ਬਾਹਰ ਭੇਜ ਰਹੇ ਨੇ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ। ਦਿਖਾਉਂਦਾ ਮੈਂ ਕਿਹਾ ਇਸ ਚੀਜ਼ ਦਾ। ਮੈਂ ਕਿਹਾ ਸਾਡੇ ਪਿਓ ਨੇ ਸਾਨੂੰ ਪੜ੍ਹਾਇਆ ਕਿੱਥੇ, ਅਸੀਂ ਬੈਠੇ ਕਿੱਥੇ ਬਾਹਰ ਆ। ਸਾਨੂੰ ਜੇ ਪੰਜਾਬ 'ਚ ਪੜ੍ਹਾਇਆ ਸੀ, ਪੰਜਾਬ ਦਾ ਖਾਧਾ ਸੀ, ਅਸੀਂ ਉੱਥੇ ਬੈਠ ਕੇ ਕਮਾਈ ਕਰਦੇ ਕਿ ਸਾਡਾ ਸਿਸਟਮ ਠੀਕ ਹੁੰਦਾ। ਅਸੀਂ ਬਾਹਰ ਆ ਕੇ ਲੱਖਾਂਪਤੀ ਬਣੇ ਬੈਠੇ ਆ। ਸਾਡਾ ਦਿਮਾਗ ਬਾਹਰਲਿਆਂ ਨੇ ਸਾਡਾ ਯੂਜ਼ ਕੀਤਾ।
ਅਸੀਂ ਪੰਜਾਬ ਨੂੰ ਤਾਂ ਕੁਝ ਨਹੀਂ ਦੇ ਸਕੇ ਹੈਗੇ ਜਿੱਥੇ ਅਸੀਂ ਜੰਮੇ ਪਲੇ ਆ। ਅਸੀਂ ਆਪਦੇ ਦੇਸ਼ ਨੂੰ ਕੁਝ ਨਹੀਂ ਦੇ ਸਕੇ। ਸ਼ਰਮ ਆਉਂਦੀ ਆ। ਮੈਂ ਕਿਹਾ ਅਸੀਂ ਬਾਹਰ ਕਹਿੰਦੇ ਹਾਂ ਅਸੀਂ ਪੰਜਾਬੀ ਆ, ਅਸੀਂ ਬਾਹਰ ਰਹਿੰਦੇ ਆ। ਮੈਂ ਕਿਹਾ ਤੁਸੀਂ ਇੱਥੇ ਬਾਹਰ ਆਏ ਹੋ, ਦੇਖ ਕੇ ਜਾਂਦੇ ਹੋ, ਤੁਸੀਂ ਪਲੀਜ਼ ਜਾ ਕੇ ਰਾਜੇ ਨੂੰ ਕਹਿ ਦੇ ਕੁਝ ਕੰਮ ਚੰਗੇ ਕੰਮ ਕਰਨੇ ਸ਼ੁਰੂ ਕਰ ਦੇਵੇ। ਜਦੋਂ ਇਹ ਬਣਿਆ ਸੀ ਉਦੋਂ ਉਹ ਜੀ ਫੇਰ ਗੱਲ ਕਰਾਂਗੇ ਜੀ। ਫੇਰ ਤੁਸੀਂ ਆਪਾਂ ਬੈਠੋ। ਮੈਂ ਕਿਹਾ ਯਾਰ ਕੀ ਤੇਰੇ ਨਾਲ ਬੈਠਣਾ, ਬੰਦੇ ਨੇ 2 ਵਾਰ MLA ਬਣਿਆ। ਮੈਂ ਕਿਹਾ ਅੱਜ ਤੋਂ ਬਾਅਦ ਇਹ ਕਿਸੇ ਨੂੰ ਦੱਸੂਗਾ ਨਹੀਂ ਬਾਹਰ ਆ ਕੇ ਵੀ ਮੈਂ 2 ਵਾਰੀ MLA ਬਣਿਆ ਹੋਇਆ। ਇਹ ਤਾਂ ਸਾਡੇ ਲੋਕਾਂ ਦੀ ਹੈਗੀ ਆ ਆਪਣੀ ਤਾਰੀਫ ਕਰਨ ਦੇ ਲੋਕੀ। ਗਰੇਵਾਲ ਸਾਹਿਬ ਡੁੱਬੀ ਤਾਂ ਜੇ ਸਾਹ ਨਾ ਆਇਆ, ਕਰੀਏ ਕੀ ਅਸੀਂ? ਬਦਕਿਸਮਤੀ ਹੈ ਸਾਡੀ ਕਿ ਅਸੀਂ ਦਿਮਾਗ ਬਹੁਤ ਹੈ ਆਪਣੇ ਕੋਲੇ, ਪੰਜਾਬੀਆਂ ਦੇ ਕੋਲੇ ਬਹੁਤ ਦਿਮਾਗ ਆ, ਪਰ ਅਫਸੋਸ ਕਿ ਅਸੀਂ ਉਸ ਦਿਮਾਗ ਨੂੰ ਕਿੱਧਰ ਨੂੰ ਲਾਉਣਾ ਸ਼ੁਰੂ ਕਰ ਦਿੱਤਾ। ਅਸੀਂ ਉਸ ਦਿਮਾਗ ਦੇ ਵਿੱਚ ਇੰਨਾ ਕੁ ਕੂੜਾ ਕਰਕਟ ਭਰ ਲਿਆ ਹੈ ਜਿਹੜਾ ਕਿ ਉਹ ਚੰਗੀ ਗੱਲ ਸਾਨੂੰ ਸੋਚਣ ਹੀ ਨਹੀਂ ਦਿੰਦਾ। ਅਸੀਂ ਕਰੀਏ ਕੀ? ਮਜਬੂਰੀ ਬਣ ਗਈ ਸਾਡੀ। ਉਹਦੇ ਵਿੱਚ ਅਸੀਂ ਈਰਸ਼ਾ, ਜੈਲਸੀ, ਕੰਪੀਟੀਸ਼ਨ ਔਰ ਤੇ ਦੂਸਰਾ ਰੋਟੀ ਕਿਵੇਂ ਖਾ ਰਿਹਾ। ਆਪਣੇ ਦੁੱਖ ਤੋਂ ਅੱਜ ਗਰੇਵਾਲ ਸਾਹਿਬ ਕੋਈ ਦੁਖੀ ਨਹੀਂ ਹੈਗਾ। ਅੱਜ ਦੂਸਰਿਆਂ ਦੇ ਸੁੱਖਾਂ ਤੋਂ ਦੁਖੀ ਆ ਅਸੀਂ ਲੋਕ। ਕਿਉਂ? ਕਿਉਂਕਿ ਸਾਡਾ ਦਿਮਾਗ ਸਿਰਫ ਉਧਰ ਹੀ ਘੁੰਮਦਾ ਹੈ। ਇਹਨੇ ਕੀ ਕੀਤਾ, ਕਿਉਂ ਕੀਤਾ, ਇਹਦੇ ਇੰਨੇ ਕਿੱਲੇ ਕਿਵੇਂ ਬਣ ਗਏ, ਇਹਦਾ ਘਰ ਪੱਕਾ ਕਿਵੇਂ ਬਣ ਗਿਆ, ਇਹ ਏਦਾਂ ਕਿਵੇਂ ਹੋ ਗਿਆ। ਇਹ ਚੀਜ਼ਾਂ ਵੱਲ ਚੱਲਦਾ ਸਾਡਾ ਦਿਮਾਗ। ਅਸੀਂ ਉਹਨਾਂ ਚੀਜ਼ਾਂ, ਈਗੋ ਨੇ ਅੱਡ ਸਾਡੀ ਮੱਤ ਮਾਰਤੀ। ਇੱਕ ਨਵਾਂ ਰੋਗ ਲੱਗਿਆ ਹੋਇਆ, ਵਡਿਆਈ ਦਾ ਰੋਗ। ਇੱਕ ਨਿੱਕੇ ਜਿਹੇ ਬੱਚੇ ਤੋਂ ਲੈ ਕੇ 2 ਸਾਲ ਦੇ ਬੱਚੇ ਤੋਂ ਲੈ ਕੇ 100 ਸਾਲ ਦੇ ਬਜ਼ੁਰਗ, ਵੈਸੇ ਤਾਂ 100 ਸਾਲ ਦੀ ਹੁਣ ਉਮਰ ਨਹੀਂ, ਬਿਰਲੇ ਮਿਲਦੇ ਨੇ, ਪਰ ਕਿਸੇ ਨੂੰ ਵੀ ਲੈ ਲਓ, ਚਾਹੇ ਉਹ ਖੜੇ ਹੋਣ ਦੇ ਕਾਬਿਲ ਨਹੀਂ ਹੈਗੇ, ਉਹਨਾਂ ਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ, ਭਾਵੇਂ ਉਹ ਸੋਟੀ ਲੈ ਕੇ ਵੀ ਚੱਲ ਨਹੀਂ ਸਕਦੇ, ਪਰ ਈਗੋ ਦਾ ਭੂਤ ਉਹਨਾਂ ਦੇ ਵੀ ਦਿਮਾਗਾਂ ਵਿੱਚ ਆ। ਉਹਨਾਂ ਨੂੰ ਵੀ ਅੱਜ ਵਡਿਆਈ ਚਾਹੀਦੀ ਆ। ਉਹਨਾਂ ਨੂੰ ਵੀ ਇਹ ਨਹੀਂ ਕਿ ਅਸੀਂ ਪਿਛਲੀ ਜ਼ਿੰਦਗੀ ਕੱਢ ਲਈ ਜਿਵੇਂ ਕੱਢ ਲਈ, ਲੇਕਿਨ ਪ੍ਰੈਜ਼ੈਂਟ ਸਾਨੂੰ ਕੀ ਚਾਹੀਦਾ, ਜਾਂ ਅਸੀਂ ਆਪਣੇ ਬੱਚਿਆਂ ਨੂੰ ਕੋਈ ਸੇਧ ਦਈਏ ਜਾਂ ਕੋਈ ਨਵੀਂ ਇਹਨਾਂ ਨੂੰ ਗੱਲ ਸਿਖਾਈਏ, ਉਧਰ ਨੂੰ ਨਹੀਂ ਹੈਗਾ। ਅਸੀਂ ਉਹਨਾਂ ਬਿਮਾਰੀਆਂ ਦੇ ਸ਼ਿਕਾਰ ਹੋ ਚੁੱਕੇ ਹਾਂ ਗਰੇਵਾਲ ਸਾਹਿਬ, ਜਿਹੜੀਆਂ ਬਿਮਾਰੀਆਂ ਸਾਨੂੰ ਚੰਗੀਆਂ ਗੱਲਾਂ ਨਹੀਂ ਸੋਚਣ ਦਿੰਦੀਆਂ। ਕਰੀਏ ਕੀ ਜੀ? ਤੁਸੀਂ ਦੱਸੋ ਕੋਈ ਹੱਲ ਇਹਦਾ। ਸ਼ਾਇਦ ਤੁਹਾਡੀ ਮਿਹਨਤ ਕਿਤੇ ਰੰਗ ਲੈ ਆਵੇ, ਜਿਹੜੀ ਤੁਸੀਂ ਇੰਨਾ ਸੌਰੀ ਟੂ ਸੇ ਸਿੰਪਲ ਵੇ 'ਚ ਮੈਂ ਰੌਲਾ ਕਹੂੰਗੀ, ਔਰ ਵਧੀਆ ਪੋਲਿਸ਼ ਵੇ ਨਾਲ ਮੈਂ ਕਹੂੰਗੀ ਕਿ ਤੁਸੀਂ ਬਹੁਤ ਵਧੀਆ ਮੈਸੇਜ ਦੇ ਰਹੇ ਹੋ, ਗਾਈਡ ਕਰ ਰਹੇ ਹੋ। ਸ਼ਾਇਦ ਕਿਤੇ ਇਹ ਰੰਗ ਲੈ ਆਵੇ ਮਿਹਨਤ। ਦੇਖੋ ਇਹ ਤਾਂ ਜੀ ਜਿਹੜਾ ਐਂਡ ਤੇ ਇਹ ਕੱਲ ਪੋਲੀਟੀਸ਼ੀਅਨ ਤੇ ਖੜਦੀ ਆ, ਜਿੰਨੇ ਵੀ ਸਾਡੇ ਪੋਲੀਟੀਸ਼ੀਅਨਸ ਨੇ, ਉਹਨੂੰ ਚੰਗੇ ਪੋਲੀਟੀਸ਼ੀਅਨ ਜਿੰਨਾ ਚਿਰ ਤੁਸੀਂ ਚੁਣਦੇ ਨਹੀਂ, ਤੁਸੀਂ ਧਰਮ ਦੇ ਵਿੱਚੋਂ ਨਹੀਂ ਨਿਕਲਦੇ ਹੈਗੇ। ਧਰਮ ਤਾਂ ਸਾਈਡ ਤੇ ਚੱਲਦਾ ਰਹਿੰਦਾ। ਤੁਸੀਂ ਦੇਖੋ ਜਿੰਨਾ ਚਿਰ ਇੰਗਲੈਂਡ ਦੇ ਵਿੱਚ ਚਰਚ ਇੰਨੇ ਬਣਦੇ ਸੀ ਪਹਿਲਾਂ, ਕੁਈਨ ਵਿਕਟੋਰੀਆ ਤੋਂ ਪਹਿਲਾਂ, ਕਿਉਂ ਉਹ ਸਮਾਂ ਸੀ ਰਿਕ ਪਿੰਡ ਦੇ ਵਿੱਚ ਇੱਕ ਚਰਚ, ਜਿਹੜਾ ਲੈਂਡਲੋਰਡ ਸੀ ਉਹ ਚਰਚ ਬਣਾ ਦਿੰਦਾ ਸੀ ਤੇ ਲੋਕੀ ਉਹਦੇ ਪੈਸੈਂਟਸ ਉੱਥੇ ਕੰਮ ਕਰਦੇ ਸੀ ਤੇ ਉਹ ਸ਼ਾਮ ਨੂੰ ਥੱਕ ਕੇ ਆਉਂਦੇ ਸੀ, ਚਰਚ ਚਲੇ ਜਾਣਾ, ਸੁਬਾਹ ਉੱਠਣਾ, ਚਰਚ ਜਾਣਾ ਤੇ ਕੰਮ ਤੇ ਲੱਗ ਜਾਣਾ। ਉਹਨਾਂ ਦਾ ਉੱਥੇ ਤੱਕ ਸਿਸਟਮ ਰਹਿੰਦਾ ਸੀ। ਪਰ ਫਿਰ ਦੇਖਿਆ ਚਰਚ ਕਰਪਟ ਹੋ ਗਿਆ। ਕਰਪਟ ਹੋਣ ਤੋਂ ਬਾਅਦ ਫਿਰ ਇਹਨਾਂ ਨੇ ਪਾਰਲੀਮੈਂਟ ਬਣਾਈ। ਪਾਰਲੀਮੈਂਟ ਬਣਾਉਣ ਤੋਂ ਬਾਅਦ ਇਹਨਾਂ ਨੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ। ਚਰਚ ਨੂੰ ਤੇ ਪੋਲੀਟੀਸ਼ੀਅਨ ਸੈਪਰੇਟ ਕੀਤਾ। ਧਰਮ ਤੇ ਪੋਲੀਟਿਕਸ ਸੈਪਰੇਟ ਕਰਕੇ ਇਹਨਾਂ ਨੇ ਫਿਰ ਆਪਦਾ ਦੇਸ਼ ਜਿੱਥੇ ਕਢਾਇਆ, ਗ੍ਰੇਟ ਬ੍ਰਿਟਨ ਬਣਾਇਆ, ਉਹ ਤਾਂ ਬਣਿਆ ਸੀ। ਅਸੀਂ ਤਾਂ ਹਜੇ ਤੱਕ ਅਸੀਂ ਇਹੀ ਨਹੀਂ ਕਰ ਸਕੇ ਹੈਗੇ। ਪੋਲੀਟਿਕਸ ਤੇ ਧਰਮ ਸਾਡਾ ਇਕੱਠਾ ਬਣਾਇਆ ਹੋਇਆ। ਅਸੀਂ ਹਰ ਇੱਕ ਚੀਜ਼ ਜੇ ਸਾਡੇ ਇੱਧਰ ਨਹੀਂ ਠੀਕ ਆਉਂਦੀ, ਅਸੀਂ ਧਰਮ ਦੇ ਵਿੱਚ ਲੈ ਜਾਂਦੇ ਹਾਂ। ਜੇ ਧਰਮ ਦੇ ਵਿੱਚੋਂ ਠੀਕ ਨਹੀਂ ਆਉਂਦੀ, ਅਸੀਂ ਦੂਜੇ ਪਾਸੇ ਲੈ ਜਾਂਦੇ ਹਾਂ। ਤੇ ਅਸੀਂ ਮਾਣੀ ਕਿ ਬਹਾਨੇ ਤੇ ਬਹਾਨਾ ਹੀ ਬਣਾ ਕੇ ਅਸੀਂ ਆਪਦਾ ਰੰਗ ਅਸੀਂ ਠੀਕ ਨਹੀਂ ਕਰ ਰਹੇ ਹੈਗੇ, ਅਸੀਂ ਵਿਗਾੜ ਰਹੇ ਹਾਂ। ਇਹ ਪੋਲੀਟੀਸ਼ੀਅਨ ਜੇ ਸੋਚਦੇ ਨੇ ਕਿ ਅਸੀਂ ਜਿੱਤਦੇ ਕਾਸ ਵਾਸਤੇ, ਤੁਸੀਂ ਆਪਦੇ ਬੱਚਿਆਂ ਵਾਸਤੇ ਬਣਾ ਰਹੇ ਹੋ, ਜਿਹੜੇ ਕਿ ਤੁਸੀਂ ਬੱਚੇ ਆਪਦੇ ਬਾਹਰ ਭੇਜ ਰਹੇ ਹੋ। ਕਿੰਨਾ ਕਿ ਤੁਸੀਂ ਇਸ ਤਰ੍ਹਾਂ ਕਰੀ ਜਾਏਗੇ, ਕਿੰਨਾ ਕੁ ਚਿਰ ਤੁਸੀਂ ਇਸ ਤਰ੍ਹਾਂ ਲੁੱਟੀ ਜਾਏਗੇ। ਗਰੀਬਾਂ ਨੂੰ ਗਰੀਬ ਕਰੀ ਜਾਂਦੇ, ਅਮੀਰ ਬਣੀ ਜਾਂਦੇ ਨੇ। ਤੇ ਚਲੋ ਬਣੋ ਅਮੀਰ, ਪੈਸਾ ਆਉਣ ਵਾਲੀਆਂ 10 ਪੁਸ਼ਤਾਂ ਲਈ ਇਕੱਠਾ ਕਰਨ ਲੱਗੇ ਹੋਏ ਨੇ। ਇਹ ਨਹੀਂ ਪਤਾ ਪੁਸ਼ਤਾਂ ਆਉਣੀਆਂ ਨੇ ਕਿ ਨਹੀਂ। ਦੇਖੋ ਪੁਸ਼ਤਾਂ ਆਉਣ ਜਾਂ ਨਾ ਆਉਣ, ਉਹ ਗੱਲ ਡਿਫਰੈਂਟ ਆ। ਅਸੀਂ ਵੀ ਆਪਦੇ ਬੱਚਿਆਂ ਵਾਸਤੇ ਕਮਾ ਕੇ ਰੱਖਿਆ ਹੋਇਆ। ਜ਼ਰੂਰ ਕਮਾਵੋ, ਪਰ ਇਮਾਨਦਾਰੀ ਦਾ ਕਮਾਵੋ। ਜਿਹੜਾ ਤੁਸੀਂ
ਫਖਰ ਦੇ ਨਾਲ ਕਹਿ ਸਕੋ ਇਹ ਮੇਰੇ ਪੈਸੇ ਨੇ। ਅਸੀਂ ਕੋਈ ਬਹੁਤੇ ਰਿਚ ਬੰਦੇ ਨਹੀਂ ਹੈਗੇ ਬਾਹਰ ਬੈਠੇ, ਪਰ ਸਾਨੂੰ ਪਤਾ ਜਿਹੜੀ ਸਾਨੂੰ ਇਨਕਮ ਆਉਂਦੀ ਆ ਅਸੀਂ ਖਰਚਦੇ ਆ, ਉਹਦੇ ਨਾਲ ਅਸੀਂ ਤੁਹਾਨੂੰ ਵੱਡੇ ਲੱਗਦੇ ਆ। ਕੋਈ ਮੈਂ ਬਹੁਤਾ ਅਮੀਰ ਬੰਦਾ ਨਹੀਂ ਹੈਗਾ, ਮੇਰੇ ਨਾਲ ਵੀ ਅਮੀਰ ਬੰਦੇ ਪੰਜਾਬ ਦੇ ਵਿੱਚ ਬੈਠੇ ਨੇ, ਮੈਨੂੰ ਪਤਾ। ਪਰ ਉਹ ਹਮੇਸ਼ਾ ਕਹਿਣਗੇ ਜੀ ਤੁਹਾਡੇ ਕੋਲ ਜ਼ਿਆਦਾ ਪੈਸੇ ਨੇ। ਮੈਂ ਕਿਹਾ ਨਹੀਂ, ਸਾਡੇ ਕੋਲ ਜ਼ਿਆਦਾ ਪੈਸੇ ਨਹੀਂ, ਸਾਡੇ ਕੋਲ ਸਾਡਾ ਦਿਲ ਵੱਡਾ ਤੁਹਾਡੇ ਨਾਲ, ਸਾਡਾ ਕਲੀਨ ਦਿਲ ਆ। ਜਿਸ ਤਰ੍ਹਾਂ ਮੈਂ ਕੱਲ ਆਖਿਆ ਸੀ, ਮੇਰੇ ਬੱਚੇ ਨੂੰ ਪੰਜਾਬੀ ਆਊ ਜਾਂ ਨਹੀਂ ਆਊਗੀ ਮੈਨੂੰ ਨਹੀਂ ਪਤਾ ਹੈਗਾ, ਗ੍ਰੈਂਡ ਚਿਲਡਰਨ ਨੂੰ, ਪਰ ਉਹ ਗੁੱਡ ਇਨਸਾਨ ਜ਼ਰੂਰ। ਬਿਲਕੁਲ, ਸਭ ਤੋਂ ਪਹਿਲੇ ਇਹੀ ਜ਼ਰੂਰਤ ਹੈ ਗਰੇਵਾਲ ਸਾਹਿਬ ਕਿ ਇਨਸਾਨ ਬਣਨ ਦੀ। ਮੈਂ ਤਾਂ ਇੱਥੇ ਤਾਂ ਮੈਂ ਇਹ ਕਹੂੰਗੀ ਚਲੋ ਗੁੱਡ ਤਾਂ ਤੁਸੀਂ ਲਾਉਂਦੇ ਹੋ ਤੁਹਾਡੇ ਉਧਰਲੀ ਉਹਦੇ ਵਾਸਤੇ, ਪਰ ਇੱਥੇ ਇੰਡੀਅਨ ਸਾਡੇ ਲੋਕਾਂ ਨੂੰ ਤਾਂ ਇਨਸਾਨ ਬਣਨ ਦੀ ਜ਼ਰੂਰਤ ਹੈ ਪਹਿਲਾਂ। ਜਦੋਂ ਅਸੀਂ ਇਨਸਾਨ ਬਣ ਜਾਾਂਗੇ ਫਿਰ ਸੋਚਾਂਗੇ ਕਿ ਹੁਣ ਅਸੀਂ ਗੁੱਡ ਇਨਸਾਨ ਬਣੀਏ, ਫਿਰ ਅੱਗੇ ਦੀ ਅੱਗੇ ਅਸੀਂ ਸਟੈਪ ਬਾਈ ਸਟੈਪ ਚੱਲਾਂਗੇ। ਹਜੇ ਤਾਂ ਅਸੀਂ ਇਨਸਾਨ ਹੀ ਨਹੀਂ, ਹਜੇ ਤਾਂ ਅਸੀਂ ਬੰਦੇ ਆ, ਇੱਕ ਸਟੈਚੂ ਆ ਅਸੀਂ। ਜਿਹੜੇ ਲੋਕਾਂ ਦੇ ਅੰਦਰ ਬਲਬਲੇ ਉੱਠਦੇ ਨੇ ਕੁਝ ਕਰਨ ਦੇ, ਇਹ ਨਹੀਂ ਕਿ ਸਾਡੀ ਜਨਤਾ ਦੇ ਅੰਦਰ ਬਲਬਲੇ ਨਹੀਂ ਉੱਠਦੇ, ਸਾਡੀ ਜਨਤਾ ਦੇ ਅੰਦਰ ਉਹਨਾਂ ਚੀਜ਼ਾਂ ਨੂੰ ਕੁਝ ਕਰਨ ਕਰਕੇ ਦਿਖਾਉਣ ਦੇ ਕੁਝ ਉਹਨਾਂ ਦੇ ਮਨਸੂਬੇ ਨਹੀਂ ਹੈਗੇ। ਪਰ ਕੋਈ ਕਰਨ ਦੇਵੇ ਉਹਨਾਂ ਨੂੰ ਤਾਂ ਨਾ ਉਹ ਕੀ ਕਰਨ, ਨਾ ਉਹਨਾਂ ਨੂੰ ਕਿਤੋਂ ਕੋਈ ਹੈਲਪ ਮਿਲਣੀ ਆ, ਨਾ ਮਦਦ ਮਿਲਣੀ ਆ, ਨਾ ਗ੍ਰਾਂਟ ਮਿਲਣੀ ਆ, ਨਾ ਉਹਨਾਂ ਨੂੰ। ਤੁਸੀਂ ਇਹ ਦੇਖੋ ਪਿੰਡ ਦੇ ਵਿੱਚ ਉਹ ਸੌਰੀ ਮੈਨੂੰ ਇੱਥੇ ਫੇਰ ਵਿੱਚ ਦੀ ਥੋੜਾ ਜਿਹਾ ਕੁਛ ਨਾ ਕੁਛ ਸ਼ੋਸ਼ਾ ਛੱਡਣਾ ਪੈ ਜਾਂਦਾ ਤੇ ਉਹ ਪਤਾ ਨਹੀਂ ਆਊਟ ਆਫ ਡਿਸਿਪਲਿਨ ਹੀ ਨਾ ਹੋ ਜੇ ਗੱਲ। ਕਹਿੰਦੇ ਨੇ ਨਾ ਉਹ ਇੱਕ ਪੰਜਾਬੀ ਗਾਣਾ ਹੈ ਗਰੇਵਾਲ ਸਾਹਿਬ, ਲੈ ਲਾ ਤੂੰ ਸਰਪੰਚੀ ਵੇ ਆਪਾਂ ਸਰਕਾਰੀ ਪੈਸਾ ਖਾਵਾਂਗੇ। ਆਹ ਤਾਂ ਸਾਡੇ ਗਾਣੇ ਆ ਰਹੇ ਨੇ। ਅਸੀਂ ਗਰੰਟ ਕਰਵਾਉਣੀਆਂ, ਤੁਸੀਂ ਬਹੁਤ ਜਾਗਰੂਕ ਗੱਲਾਂ ਕਰਦੇ ਹੋ, ਤੁਸੀਂ ਬਹੁਤ ਅੱਛਾ ਸਾਨੂੰ ਜਗਾਉਣ ਦੀ ਜਿਹੜੀ ਤੁਹਾਡੀ ਕੋਸ਼ਿਸ਼ ਹੈ ਨਾ, ਜਾਂ ਸਾਡੇ ਦੇਸ਼ ਵਾਸੀਆਂ ਨੂੰ ਜਿਹੜੀ ਜਗਾਉਣ ਦੀ ਕੋਸ਼ਿਸ਼ ਹੈ ਇਸ ਪਲੇਟਫਾਰਮ ਤੋਂ, ਰੰਗ FM ਦੇ ਪਲੇਟਫਾਰਮ ਤੋਂ, ਇਹ ਬਹੁਤ ਕਾਬਿਲੇ ਤਾਰੀਫ ਹੈ। ਔਰ ਅਸੀਂ ਰੰਗ FM ਔਰ ਅਸੀਂ ਸਾਰੇ ਇਹ ਹਮੇਸ਼ਾ ਚਾਹਾਂਗੇ ਕਿ ਜਿਹੜਾ ਤੁਹਾਡਾ ਇਹ ਉਪਰਾਲਾ ਹੈ ਇਹ ਹਮੇਸ਼ਾ ਇਸੇ ਤਰ੍ਹਾਂ ਜਾਰੀ ਰਹੇ, ਇਸੇ ਤਰ੍ਹਾਂ ਤੁਸੀਂ ਸਾਨੂੰ ਲੋਕਾਂ ਨੂੰ ਜਗਾਉਂਦੇ ਰਹੋ। ਕਈ ਵਾਰੀ ਉਦਾਹਰਨਾਂ ਦੇ ਕੇ ਹੀ ਹੁੰਦਾ ਨਾ ਵੀ ਆਹ ਉਦਾਹਰਨ ਦੇਤੀ ਆਪਾਂ ਦੂਸਰੇ ਨੂੰ ਸੁਧਾਰਨ ਦੇ ਲਈ। ਸੋ ਇਹ ਤੁਹਾਡਾ ਸਿਲਸਿਲਾ ਪਰਮਾਤਮਾ ਕਰੇ ਇਸੇ ਤਰ੍ਹਾਂ ਹੀ ਚੱਲਦਾ ਰਹੇ। ਔਰ ਉਸ ਤੋਂ ਵੀ ਵੱਡੀ ਅਰਦਾਸ ਇਹ ਆ ਕਿ ਸੁਣਨ ਵਾਲਿਆਂ ਤੇ ਅਸਰ ਹੋਵੇ। ਤੁਹਾਡਾ ਥੈਂਕ ਯੂ, ਤੁਸੀਂ ਮੈਨੂੰ ਟਾਈਮ ਦਿੱਤਾ। ਦੇਖੋ ਜਿਹੜਾ ਆਹ ਸਟੋਨਹੈਂਜ ਤੁਹਾਨੂੰ ਮੈਂ ਦਿਖਾਇਆ, ਉਹ ਪੱਥਰੀ ਖੜੇ ਨੇ ਉੱਥੇ, ਕੋਈ ਵੱਡੀ ਚੀਜ਼ ਨਹੀਂ ਹੈਗੀ, ਮੈਂ ਵੀ ਦੇਖਿਆ ਹੋਇਆ ਜੀ। ਪਰ ਉਹ ਇੱਕ ਟੂਰਿਸਟ ਦਾ ਜਗ੍ਹਾ ਬਣੀ ਹੋਈ ਆ ਜੀ। ਤੁਸੀਂ ਲੋਕੀ ਉੱਥੇ ਬਹੁਤ ਦੂਰੋਂ ਆ ਕੇ ਦੇਖਦੇ ਨੇ, ਅਮਰੀਕਾ ਤੋਂ, ਕੈਨੇਡਾ ਤੋਂ, ਇੰਡੀਆ ਤੋਂ ਵੀ ਆਉਂਦੇ ਹੋਣਗੇ, ਪਰ ਉੱਥੇ ਜਾਂਦੇ ਨੇ, ਪੈਸਾ ਖਰਚਦੇ ਨੇ, ਉਹਨੂੰ ਦੇਖਦੇ ਨੇ। ਇਹ ਇਸ ਜਨਰੇਟਿੰਗ ਆਫ ਜੌਬਸ, ਤੇ ਜੌਬਸ ਦੇ ਨਾਲ ਲੋਕੀ ਤਰੱਕੀ ਕਰਦੇ ਨੇ। ਹਿਸਟਰੀ ਦਾ ਪਤਾ ਚੱਲਦਾ ਵੀ ਕਿਉਂ ਕਦੋਂ ਬਣਿਆ ਸੀ ਇਹ ਜਗ੍ਹਾ, ਤੇ ਇੰਨੀ ਪੁਰਾਣੀ ਬਣੀ ਹੋਈ ਆ ਕਿ ਉਹ ਕਹਿੰਦੇ ਨੇ ਵੀ ਇਹਦਾ ਪਤਾ ਹੀ ਲੱਗਦਾ ਕਿੰਨੀ ਪੁਰਾਣੀ ਜਗ੍ਹਾ ਬਣੀ ਆ। ਉੱਥੇ ਇੱਕ ਵਾਰ ਕੀ ਹੋਇਆ, ਉਧਰ ਸਟੋਨਹੈਂਜ ਦੇ ਕੋਲ, ਸਾਡੇ ਇੱਥੇ ਨਾ ਗੋਰਿਆਂ ਨੂੰ ਬਹੁਤ ਆਦਤ ਆ ਪੁਰਾਣੀ ਚੀਜ਼ਾਂ ਥੱਲਿਓਂ ਉਹ ਮੈਟਲ ਡਿਟੈਕਟਿਵ ਲੈ ਕੇ ਨਾ, ਬੈਟਰੀ ਵਾਲਾ, ਉਹਨਾਂ ਨੂੰ ਪਤਾ ਵੀ ਇੱਥੇ ਪੁਰਾਣੀ ਚੀਜ਼ਾਂ ਹੋਣਗੀਆਂ, ਉਹ ਐਂ ਲੱਭਦੇ ਫਿਰਦੇ ਰਹਿੰਦੇ ਨੇ। ਉਹਨੂੰ ਮਾਰੂ ਇਲਾਕੇ ਚ ਟੀ ਦੀ ਆਵਾਜ਼ ਆਉਂਦੀ, ਥੱਲੇ ਜ਼ਰੂਰ ਮੈਟਲ ਹੁੰਦੀ ਆ। ਇੱਕ ਗੋਰੇ ਨੂੰ ਕੀ ਹੋਇਆ, ਉੱਥੇ ਉਸ ਏਰੀਏ ਦੇ ਵਿੱਚ ਰੋਮਨਸ ਟਾਈਮ ਦੇ ਕੋਇਨਸ ਲੱਭੇ, ਬਹੁਤ ਸੋਨਾ। ਹਾਂ, ਫਿਰ ਉਹਨਾਂ ਨੇ ਉਹ ਇੰਨਾ ਸੋਨਾ ਲੱਭਿਆ ਉਹਨੂੰ ਕਿ ਕਿਲੋਆਂ ਦੇ ਹਿਸਾਬ ਨਾਲ ਸੋਨਾ ਉਹਨਾਂ ਟਾਈਮਾਂ ਦੇ ਵਿੱਚ ਲੱਭਿਆ, ਕਿਲੋ ਦੇ ਹਿਸਾਬ ਨਾਲ ਕੋਇਨ ਸੀ, ਜੁਐਲਰੀ ਸੀ। ਮੇਰੇ ਗੱਲ ਚ ਇੱਥੇ ਆ ਗਈ, ਉਹ 10-15 ਸਾਲ ਹੋ ਗਏ ਉਹਨੂੰ ਲੱਭੇ ਸੀ। ਫਿਰ ਉਹਨਾਂ ਨੇ ਉਹ ਸਾਰੇ ਇਕੱਠੇ ਕੀਤੇ, ਫਿਰ ਆਲੇ ਦੁਆਲੇ ਹੋਰ ਉਹਦੀ ਹਿਸਟਰੀ ਦੇਖੀ। ਉਹ ਕਹਿੰਦੇ ਵੀ ਇਹ ਕੀ ਹੋਇਆ, ਰੋਮਨਸ ਟਾਈਮ ਤੇ ਇੱਥੇ ਸੀ, ਇਹ ਰਿਚ ਫੈਮਿਲੀ ਹੋਣੀ ਆ। ਉਹਨਾਂ ਨੇ ਆਪਦਾ ਜਦੋਂ ਉੱਥੇ ਅਟੈਕ ਹੋਇਆ, ਉਹਨਾਂ ਨੇ ਆਪਦੀ ਜੁਐਲਰੀ ਦੱਬ ਦਿੱਤੀ ਵੀ ਫੇਰ ਆ ਕੇ ਲੈ ਜਾਾਂਗੇ ਇੱਥੋਂ। ਫਿਰ ਉਹ ਮਾਰੇ ਮੂਰੇ ਗਏ ਹੋਣੇ ਵਿਚਾਰੇ, ਤੇ ਉਹ ਨਹੀਂ ਲੱਭੇ, ਉੱਥੇ ਪੈ ਰਹੇ। ਤੇ ਉਹ ਬੰਦੇ ਨੇ ਉਹ ਫਿਰ ਲੱਭ ਲਏ ਦੇਖ ਕੇ। ਉਹਨੇ ਪਬਲਿਕ ਜਿਹੜੀ ਤੁਸੀਂ ਥੱਲੇ ਚੀਜ਼ ਇਸ ਤਰ੍ਹਾਂ ਲੱਭੋ, ਉਹ ਗਵਰਨਮੈਂਟ ਦੀ ਹੁੰਦੀ ਆ, ਉਹਨੂੰ ਵਿੱਚੋਂ ਪਰਸੈਂਟੇਜ ਜ਼ਰੂਰ ਦਿੱਤਾ, ਉਹਨੂੰ ਪੈਸੇ ਦਿੱਤੇ ਕਾਫੀ। ਮੇਰਾ ਮਤਲਬ ਕਹਿੰਦਾ ਕਿ ਇਸ ਤਰ੍ਹਾਂ ਸਾਡੇ ਵੀ ਜਿਹੜੇ ਲੋਕੀ ਪਾਕਿਸਤਾਨ ਤੋਂ ਪੰਜਾਬ ਗਏ, ਉੱਧਰ ਗਏ, ਪਾਕਿਸਤਾਨ ਪੰਜਾਬ ਤੋਂ ਇੱਧਰ ਆਏ, ਉਹ ਵੀ ਆਪਦੀ ਜੁਐਲਰੀ ਇਸ ਤਰ੍ਹਾਂ ਛੱਡ ਕੇ ਆਏ ਹੋਣਗੇ, ਦੱਬ ਕੇ ਆਏ ਹੋਣਗੇ, ਕਿਤੇ ਰੱਖ ਕੇ ਆਏ ਹੋਣਗੇ। ਇਹ ਹਿਸਟਰੀ ਰੱਖਣੀ ਚਾਹੀਦੀ ਸੀ। ਮੇਰਾ ਖਿਆਲ ਨਹੀਂ ਕਿਸੇ ਨੇ ਰੱਖੀ ਹੋਣੀ ਆ। ਜੇ ਕਿਸੇ ਨੇ ਲੱਭ ਗਰੇਵਾਲ ਸਾਹਿਬ, ਪਹਿਲੀ ਗੱਲ ਤਾਂ ਸਾਡੀਆਂ ਸਰਕਾਰਾਂ ਏਡੀਆਂ ਇਮਾਨਦਾਰ ਨਹੀਂ ਹੈਗੀਆਂ
ਕਿ ਜੇ ਕਿਸੇ ਨੂੰ ਕੁਝ ਬਸ। ਲੱਭ ਗਿਆ ਉਹਨਾਂ ਨੇ ਸਰਕਾਰ ਨੂੰ ਦਿੱਤਾ ਤੇ ਸਰਕਾਰ ਉਹਨੂੰ ਐਪਰੀਸ਼ੀਏਟ ਕਰਕੇ, ਜਿੱਦਾਂ ਤੁਸੀਂ ਕਹਿੰਦੇ ਉਹਨਾਂ ਨੇ 25% ਦਿੱਤਾ। ਪਹਿਲੀ ਤਾਂ ਸਾਡੀ ਬਦਕਿਸਮਤੀ, ਸਾਡੀਆਂ ਸਰਕਾਰਾਂ ਹੀ ਨਹੀਂ ਇਹ ਇਮਾਨਦਾਰੀ ਵਰਤਣਗੀਆਂ, ਉਹ ਹੀ ਨਹੀਂ ਸੋਚਣਗੀਆਂ। ਦੂਸਰੀ ਗੱਲ, ਜੇ ਕਿਤੇ ਮੇਰੇ ਵਰਗੇ ਨੂੰ ਕਿਤੇ ਕੁਝ ਲੱਭ ਵੀ ਗਿਆ ਤੇ ਮੈਂ ਤਾਂ ਜੀ ਕਰਕੇ ਪੋਟਲੀ 'ਚ ਬੰਦ, ਦੂਜੇ ਦਿਨ ਦੇਖਣਾ ਦਿਨ ਕਦੋਂ ਚੜੇ ਤੇ ਲੋਕਰ 'ਚ ਸਿੱਟ ਕੇ ਆਵਾਂ। ਤੇ ਜੇ ਕਿਸੇ ਮੇਲ ਨੂੰ ਲੱਭ ਗਿਆ ਉਹਨੇ ਆਪਣੀ ਘਰ ਵਾਲੀ ਖੁਸ਼ ਕਰ ਦੇਣੀ ਹੈ ਕਿ ਆਹ ਚੱਕ ਗਹਿਣਿਆਂ ਦੀ ਹੁਣ ਥੋੜ ਨਹੀਂ, ਬਾਕੀ ਜਿਹੜੇ ਬਚੇ ਵੇਚ ਕੇ ਠੇਕੇ ਪਹੁੰਚ ਜਾਣਾ, ਸ਼ਰਾਬ ਪੀ ਲੈਣੀ ਹੈ। ਸੋ ਇਹ ਸਾਡੀ ਸਾਰੇ ਪਾਸੇ ਤੋਂ ਬਦਕਿਸਮਤੀ ਹੈ ਜੀ। ਚਲੋ ਫਿਰ ਆਪਾਂ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ। ਤੇ ਜੀ। ਮੈਨੂੰ ਵੀ ਅੱਜ ਥੋੜੀ ਜਿਹੀ ਕਾਹਲੀ ਆ ਜਾਣ ਦੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਟਾਈਮ ਦੇਣ ਲਈ। ਸਾਨੂੰ ਪਤਾ ਹੈ ਤੁਸੀਂ ਬਿਜ਼ਨਸ ਵੀ ਹੈਂਡਲ ਕਰਦੇ ਹੋ, ਤੁਹਾਡੀਆਂ ਹੋਰ ਵੀ ਬਹੁਤ ਸਾਰੀਆਂ ਸੇਵਾਵਾਂ ਨੇ, ਉਹਦੇ ਬਾਵਜੂਦ ਤੁਸੀਂ ਰੰਗ FM ਨੂੰ ਟਾਈਮ ਦਿੰਦੇ ਹੋ। ਥੈਂਕ ਯੂ ਸੋ ਮਚ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਮੈਂ ਹੁਣ ਹਸਪੀਟਲ ਜਾਣਾ ਕਿ ਮੇਰੇ ਜਿਹੜੇ ਦੋਸਤ ਦਾ ਫਾਦਰ ਆ ਉਹਨੂੰ ਟਾਈਮ ਦਿੱਤਾ, ਉਹਨੂੰ ਮਿਲਣਾ ਮੈਂ ਜਾ ਕੇ, ਇਸ ਕਰਕੇ ਹਾਂਜੀ ਇਸ ਕਰਕੇ ਮੈਂ ਜਾ ਰਿਹਾ। ਹਾਂਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਐਵਰੀਵਨ। ਸਾਰਿਆਂ ਨੇ ਸੁਣਿਆ ਹੀ ਹੈ, ਜੋ ਵੀ ਕੁਝ ਸੁਣਿਆ ਹੈ, ਬਹੁਤ ਹੀ ਅਣਮੁੱਲੀਆਂ ਤੇ ਕੀਮਤੀ ਗੱਲਾਂ ਨੇ ਇਹ। ਜੇ ਇਹਨਾਂ ਦੇ ਉੱਤੇ ਆਪਾਂ ਅਸਰ ਕਰੀਏ ਔਰ ਜਿੱਥੋਂ ਤੱਕ ਆਵਾਜ਼ ਜਾਂਦੀ ਹੈ ਆਪਾਂ ਪਹੁੰਚਾਈਏ ਇਹ, ਸ਼ੇਅਰ ਕਰ ਕਰਕੇ ਇਹ ਪ੍ਰੋਗਰਾਮਸ, ਕਿਉਂਕਿ ਇਹ ਆਵਾਜ਼ ਤਾਂ ਹੀ ਦੂਰ ਤੱਕ ਫੈਲੇਗੀ, ਇਹ ਆਵਾਜ਼ ਤਾਂ ਹੀ ਬੁਲੰਦ ਹੋਏਗੀ ਅਗਰ ਅਸੀਂ ਆਪਣੇ ਇਹ ਪ੍ਰੋਗਰਾਮਸ ਨੂੰ ਸ਼ੇਅਰ ਕਰਾਂਗੇ ਔਰ ਅੱਗੇ ਦੀ ਅੱਗੇ ਅਸੀਂ ਇਸ ਚੀਜ਼ ਨੂੰ ਪਹੁੰਚਾਉਣ ਦਾ ਆਪਣਾ ਇੱਕ ਬੀੜਾ ਉਠਾਵਾਂਗੇ। ਇਹ ਵੀ ਸਾਡਾ ਇੱਕ ਬੜਾ ਵੱਡਾ ਯੋਗਦਾਨ ਹੋਏਗਾ। ਸੋ ਹੁਣ ਅਸੀਂ ਤੁਹਾਡੇ ਕੋਲੋਂ ਚਾਹੁੰਦੇ ਹਾਂ ਇਜਾਜ਼ਤ। ਕੱਲ ਫੇਰ ਪੇਸ਼ ਹੋਵਾਂਗੇ ਤੁਹਾਡੀ ਖਿਦਮਤ ਦੇ ਵਿੱਚ 7 ਵਜੇ। ਉਨੀ ਦੇਰ ਤੱਕ ਦਿਓ ਸਾਨੂੰ ਛੁੱਟੀ, ਇਜਾਜ਼ਤ। ਖੁਦਾ ਹਾਫਿਜ਼, ਸਬਾ ਖੈਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। रंग FM रंग FM ਚੁੱਪ ਨੂੰ ਵੀ ਹੁਣ ਬੋਲ ਮਿਲੇ ਨੇ, ਸੱਤੇ ਬੂਹੇ ਖੋਲ ਮਿਲੇ ਨੇ। ਹਰ ਚਾਨਣ ਦਾ ਜਾਇਆ ਉਹ ਜ਼ਿੰਦਗੀ ਸੰਗ ਬੋਲੂਗਾ, ਹੁਣ ਰੰਗ ਬੋਲੂਗਾ।